ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਅਸ਼ਟਮ ਬਲਬੀਰਾ ਜੀਵਨੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਸਤਬੀਰ ਸਿੰਘ। ਪੰਨਾ ਨੰਬਰ 79। ਭਾਗ ਪੰਜਵਾਂ। ਕੌਤਕ ਤੇ ਕਰਮ। 8ਵੇਂ ਪਾਤਸ਼ਾਹ ਦੇ ਦਰਬਾਰ ਦੀ ਦੱਖ ਅਤੇ ਛੱਬ ਬਾਰੇ ਸਿੱਖ ਇਤਿਹਾਸਕਾਰਾਂ ਉਚੇਚ ਕਰਕੇ ਲਿਖਿਆ ਹੈ। ਇੰਜ ਲੱਗਦਾ ਹੈ ਕਿ ਇਹ ਸਮੇਂ ਦੇ ਸ਼ਾਹਾਂ ਰਾਜਿਆਂ ਨੂੰ ਉੱਤਰ ਵਜੋਂ ਵੰਗਾਰ ਸੀ। ਜਦ ਔਰੰਗਜ਼ੇਬ ਦਾ ਭੇਜਿਆ ਹੋਇਆ ਦੂਤ ਕੀਰਤਪੁਰ ਪੁੱਜਾ ਸੀ ਤਾਂ ਉਹ ਦੇਖ ਚਕਿਰਤ ਹੋ ਗਿਆ ਸੀ ਕਿ ਗੁਰੂ ਦਰਬਾਰ ਦਾ ਪ੍ਰਭਾਵ ਜਿੱਥੇ ਅਦੁੱਤੀ ਸੀ ਉੱਥੇ ਹੁਲਾਰਾ ਵੀ ਦਿੰਦਾ ਸੀ। ਕੀਰਤਨ ਸੁਣ ਤੇ ਕਥਾ ਪਿੱਛੋਂ ਗੁਰੂ ਜੀ ਦਰਬਾਰ ਲਗਾਉਂਦੇ। ਝਾਲਰਾਂ ਵਾਲੇ ਚੰਦੋਏ ਹੇਠਾਂ ਦਰਬਾਰ ਸਜਦਾ। ਫਰਸ਼ ਵੀ ਮਖਮਲੀ ਹੁੰਦਾ। ਆਪ ਜੀ ਲਈ ਇੱਕ ਉੱਚਾ ਤਖਤ ਸਜਾਇਆ ਜਾਂਦਾ। ਭੱਟ ਤੇ ਰਬਾਬੀ ਗੁਰੂ ਜੋਤ ਦੀ ਪਹਿਲਾਂ ਉਸਤਾਤੀ ਕਰਦੇ, ਫਿਰ ਤਖਤ ਨਿਰੰਜਨੀ ਦੀ ਉਪਮਾ ਗਾਈ ਜਾਂਦੀ। ਪਿੱਛੋਂ ਭਟਾਵਾਂ ਹਾਜ਼ਰ ਕੀਤੀਆਂ ਜਾਂਦੀਆਂ ਅਤੇ ਅਰਦਾਸਾਂ ਸੁਣ ਕੇ ਆਪ ਜੀ ਬਖਸ਼ਿਸ਼ਾਂ ਕਰਦੇ। ਕਿਸੇ ਦੀ ਲੋੜ ਪੂਰੀ, ਕਿਸੇ ਦੀ ਥੁੜ ਦੂਰ, ਕਿਸੇ ਦਾ ਦੁੱਖ ਭੰਜਨ, ਕਿਸੇ ਦੀ ਜਾਂਚਨਾ ਸਵੀਕਾਰ, ਕਿਸੇ ਨੂੰ ਤਸੱਲੀ ਦਾਨ, ਕਿਸੇ ਦਾ ਹਿਰਦਾ ਨਾਮ ਨਾਲ ਭਰ ਦਿੰਦੇ, ਕਿਸੇ ਨੂੰ ਜੀਵਨ ਰਸ, ਕਿਸੇ ਨੂੰ ਮਨੁੱਖੀ ਜੀਵਨ ਦਾ ਮਨੋਰਥ, ਕਿਸੇ ਦੇ ਨੇਤਰੀ ਗਿਆਨ ਅੰਜਨ, ਕਿਸੇ ਦੇ ਘਟ ਚਾਨਣਾ, ਕਿਸੇ ਨੂੰ ਪੂਰਨ ਪ੍ਰਗਾਸ, ਕਿਸੇ ਨੂੰ ਸ਼ਬਦ ਸੁਣਾ ਅਟਕਾਂ ਦੂਰ ਕਰਦੇ। ਬਹੁਤ ਵਾਰੀ ਛੋਟਾ ਜਿਹਾ ਬਚਨ ਕਰਕੇ ਵੱਡੀ ਗੱਲ ਦਾ ਵੀ ਨਿਬੇੜਾ ਕਰ ਦਿੰਦੇ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਜਦ ਵੀ ਦਰਬਾਰ ਵਿੱਚ ਕੋਈ ਸੰਸਾਰੀ ਇੱਛਾ ਲੈ ਕੇ ਆਉਂਦਾ, ਗੁਰ ਅੰਤਰਜਾਮੀ ਬਚਨ ਉਚਾਰ ਉਸੇ ਸਮੇਂ ਪੂਰੀਆਂ ਕਰ ਦਿੰਦੇ। ਲੀਲਾ ਸਮੇਂ ਦਰਸ਼ਨ ਜੋ ਕਰੇ, ਅਰਥ ਪਰਮਾਰਥ ਜੋ ਮਨ ਧਰੇ, ਗੁਰ ਅੰਤਰਜਾਮੀ ਸਭ ਕੀ ਜਾਣੇ, ਕਰ ਕਿਰਪਾ ਕਰ ਬਚਨ ਬਖਾਣੇ, ਤਾਤ ਕਾਲ ਪੂਰਨ ਹੋਏ ਆਸ, ਅਦਭੁਤ ਲੀਲਾ ਪਰਮ ਬਿਲਾਸ। ਜੇ ਕੋਈ ਬੇਖਾਹਿਸ਼ ਹੋ ਨਿਸ਼ਚਾ ਧਾਰ, ਆਤਮ ਸ਼ਾਂਤੀ ਅਤੇ ਪਰਮਾਰਥ ਦੀ ਚਾਹ ਕਰਕੇ ਦਰ ਤੇ ਆਉਂਦਾ ਤਾਂ ਉਸ ਦੀ ਤ੍ਰਿਪਤੀ ਕਿਰਪਾ ਦ੍ਰਿਸ਼ਟੀ ਪੂਰੀ ਕਰ ਦਿੰਦੇ। ਜੋ ਨਹਿਕਾਮੀ ਪਰਮਾਰਥ ਚਾਹੇ, ਕਰ ਨਿਸ਼ਚੇ ਸਨਮੁਖ ਡਾਢਾ ਰਹੇ, ਜਿਸ ਕਿਰਪਾ ਦ੍ਰਿਸ਼ਟ ਦਿਆਲ ਗੁਰ ਕਰੇ, ਹੋਏ ਹਿਰਦੇ ਪ੍ਰਕਾਸ਼ ਭਗਤ ਸੰਚਰੇ। ਗੱਲ ਕੀ ਮਨ ਇੱਛਿਆ ਧਰ, ਦਰਸ਼ਨ ਜੋ ਕਰੇ, ਪਾਏ ਪਦਾਰਥ ਪੂਰੀ ਕਰੇ। 2200 ਸਵਾਰ ਗੁਰੂ ਪਿਤਾ ਦੇ ਸਮੇਂ ਦੇ ਕਾਇਮ ਸਨ। ਉਹ ਥਾਂ ਥਾਂ ਪਹਿਰੇ ਤੇ ਖੜੇ ਰਹਿੰਦੇ। ਆਮ ਕਰਕੇ ਦਰਬਾਰ ਵਿੱਚ ਖੱਬੇ ਪਾਸੇ ਬੈਠਦੇ। ਸਾਹਮਣੇ ਸਿੱਖ ਸਾਧੂ ਅਤੇ ਵਿਦਵਾਨ ਬੈਠਦੇ ਸਨ। ਆਪ ਜੀ ਨੇ ਆਈਆਂ ਭਟਾਵਾਂ ਬਾਰੇ ਹੁਕਮ ਦੇ ਰੱਖਿਆ ਸੀ ਕਿ ਰਸਦਾਂ ਲੰਗਰ ਵਿੱਚ ਪਹੁੰਚਾ ਦਿੱਤੀਆਂ ਜਾਣ ਅਤੇ ਬਾਕੀ ਧਨ ਬਸਤਰ ਲੋੜਵੰਦਾਂ ਵਿੱਚ ਉਸੇ ਸਮੇਂ ਹੀ ਵੰਡ ਦਿੱਤਾ ਜਾਏ। ਨਿੱਜ ਲਈ ਜਾਂ ਭਲਕ ਲਈ ਰੱਖਣ ਦਾ ਹੁਕਮ ਨਹੀਂ ਸੀ। ਬਸਤਰ ਆਪ ਜੀ ਦੇ ਬਰੀਕ ਕੱਪੜੇ ਦੇ ਹੁੰਦੇ ਸਨ। ਸਿਰ ਤੇ ਸੋਹਣੀ ਰੰਗੀ ਹੋਈ ਦਸਤਾਰ ਅਤੇ ਕਲਗੀ ਵੀ ਸਦਾ ਸੋਭਾ ਪਾਉਂਦੀ ਸੀ। ਸਿਰ ਪਰ ਚੀਰਾ ਚਿਤਰਤ ਰੰਗ, ਤਿਸ ਪਰ ਸ਼ੋਭਿਤ ਜੀਗਾ ਉਤੰਗ। ਮੁਖੜਾ ਸ਼ਾਂਤ ਅਤੇ ਤਖਤ ਉੱਤੇ ਬੈਠੇ ਬ੍ਰਹਮ ਗਿਆਨ ਦੀ ਮੂਰਤ ਪ੍ਰਤੀਤ ਹੁੰਦੇ। ਬੁੱਧ ਵਿੱਚ ਬਜ਼ੁਰਗ ਅਤੇ ਉਦਾਰਤਾ ਬਿਆਨ ਨਹੀਂ ਸੀ ਕੀਤੀ ਜਾ ਸਕਦੀ। ਬਿਰਧ ਬੁੱਧ ਕੇ ਮਹਿਦ ਉਦਾਰਾ। ਆਪ ਜੀ ਦੇ ਪਾਵਨ ਚਿਹਰੇ ਤੇ ਫੈਲੀ ਮੁਸਕਾਨ ਚਿੱਤ ਇਕਾਗਰ ਕਰ ਜਾਂਦੀ ਸੀ ਅਤੇ ਸ਼ਾਂਤੀ ਦਾ ਵਾਤਾਵਰਨ ਖਿਲਾਰ ਦਿੰਦੀ ਸੀ। ਸਭ ਤੋਂ ਵੱਡੀ ਗੱਲ, ਦਰਬਾਰ ਦੇ ਬਾਹਰ ਹਰ ਸਮੇਂ ਨਗਾਰਾ ਵੱਜਦਾ ਰਹਿੰਦਾ ਸੀ। ਨੌਬਤ ਬਾਜਿਤ ਦਵਾਰ ਅਗਾਰੀ। ਦੂਰੋਂ ਦੂਰੋਂ ਸੰਗਤਾਂ ਦਰਸ਼ਨ ਨੂੰ ਆਉਂਦੀਆਂ ਅਤੇ ਆਤਮਿਕ ਸ਼ਾਂਤੀ ਹਾਸਲ ਕਰਦੀਆਂ। ਸਤਾ ਤੇ ਬਲਵੰਡ ਨੇ ਗੁਰੂ ਜੋਤ ਦੀ ਉਪਮਾ ਵਿੱਚ ਆਖਿਆ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਤਖਤ ਬੈਠਣ ਤੇ ਪ੍ਰਕਾਸ਼ ਸਾਰੇ ਪਾਸੇ ਫੈਲ ਗਿਆ ਹੈ ਅਤੇ ਚੜ੍ਹਦੇ ਤੇ ਲਹਿੰਦੇ ਤੱਕ ਸਾਰੇ ਜਗਤ ਵਿੱਚ ਅਗਿਆਨ ਦਾ ਹਨੇਰਾ ਦੂਰ ਹੋ ਗਿਆ ਹੈ। 8ਵੀਂ ਜੋਤ ਦੇ ਗੁਰਗੱਦੀ ਉੱਪਰ ਬਿਰਾਜਮਾਨ ਹੋਣ ਨਾਲ ਵੀ ਸਿੱਖ ਇਤਿਹਾਸ ਕਹਿੰਦਾ ਹੈ ਕਿ ਅਜਿਹਾ ਹੀ ਹੋਇਆ। ਭਾਈ ਫੇਰੂ, ਜਿਨ੍ਹਾਂ ਗੁਰੂ ਲੰਗਰ ਦੀ ਮਾਣ ਮਰਿਆਦਾ ਲਈ ਇੱਕ ਅੱਖ ਵੀ ਵਾਰ ਦਿੱਤੀ ਸੀ, ਗੁਰੂ ਹਰਕ੍ਰਿਸ਼ਨ ਜੀ ਦਾ ਗੁਰਗੱਦੀ ਤੇ ਬੈਠਣਾ ਸੁਣ ਮਾਝੇ ਮਾਲਵੇ ਵਿਚਰੇ ਅਤੇ ਰਾਮ ਰਾਏ ਦੀਆਂ ਕੋਝੀਆਂ ਕੁਚਾਲਾਂ ਦਾ ਪਰਦਾ ਉਘਾੜਿਆ। ਉਹਨਾਂ ਰਾਮ ਰਾਏ ਨੂੰ ਇੱਥੋਂ ਤੱਕ ਕਹਿਲਾ ਦਿੱਤਾ ਕਿ ਉਹ ਨੱਕੇ ਵਿੱਚ ਪੈਰ ਨਾ ਪਾਉਣ। ਉਹਨਾਂ ਨੂੰ ਵੀ ਖਰੀਦਣ ਦੀ ਕੋਸ਼ਿਸ਼ ਰਾਮ ਰਾਏ ਨੇ ਕੀਤੀ ਸੀ। ਇਸੇ ਤਰ੍ਹਾਂ ਭਗਤ ਭਗਵਾਨ ਦੀਆਂ ਧੂਣੀਆਂ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ ਜਾ ਕੇ ਸਿੱਖਾਂ ਨੂੰ ਦ੍ਰਿੜ ਰਹਿਣ ਦੀ ਪ੍ਰੇਰਨਾ ਕੀਤੀ। ਸਭ ਤੋਂ ਵੱਡੀ ਗੱਲ ਕਿ ਕਰਤਾਰਪੁਰ ਵਿਖੇ ਰਤਾ ਭਰ ਵੀ ਦੁਬਿਧਾ ਜਾਂ ਦੂਜੀ ਵਿਚਾਰ ਨਹੀਂ ਸੀ। ਰਾਮ ਰਾਏ ਨੂੰ ਇਹ ਹੀ ਦੁੱਖ ਸੀ ਤੇ ਇਸੇ ਗੱਲ ਦਾ ਉਸ ਪ੍ਰਗਟਾਵਾ ਵੀ ਕਈ ਵਾਰ ਕੀਤਾ ਸੀ ਕਿ ਗੁਰੂ ਹਰਕ੍ਰਿਸ਼ਨ ਜੀ ਚੈਨ ਨਾਲ ਕੀਰਤਪੁਰ ਬਿਰਾਜੇ ਹੋਏ ਹਨ।
ਇਹ ਹੀ ਰੂਹਾਨੀ ਕਮਾਲ ਸੀ ਕਿ ਇਹ ਹੀ ਗੁਰੂ ਸਿੱਖਿਆ ਦਾ ਚਮਤਕਾਰ ਸੀ ਕਿ ਸਿੱਖਾਂ ਨੂੰ ਹੁਣ ਕੋਈ ਦੰਭੀ ਵਰਗਲਾ ਨਹੀਂ ਸੀ ਸਕਦਾ। ਸਭ ਗੁਰੂ ਜੋਤ ਦੇ ਪੁਜਾਰੀ ਸਨ। ਗੁਰੂ ਹਰਿਕ੍ਰਿਸ਼ਨ ਜੀ ਦੀ ਦੋਹੀ ਇਤਨੀ ਫਿਰ ਗਈ ਕਿ ਮੁਸਲਮਾਨ ਆਪਣੀਆਂ ਅਟਕਾਂ ਦੂਰ ਕਰਨ ਆਉਂਦੇ। ਕਈ ਮੁਸਲਮਾਨ ਫਕੀਰਾਂ ਅਤੇ ਦਰਵੇਸ਼ਾਂ ਨੇ ਕਦਮਬੋਸੀ ਕੀਤੀ। ਸਿੱਖ ਇਤਿਹਾਸ ਨੇ ਰੋਸ਼ਨ ਜ਼ਮੀਰ ਫਕੀਰ ਦਾ ਨਾਂ ਖਾਸ ਤੌਰ ਤੇ ਲਿਖਿਆ ਹੈ। ਸਿੱਧ ਵੀ ਜੋ ਸਦਾ ਗੁਰੂ ਘਰ ਨਾਲ ਅੜਦੇ ਰਹੇ ਹਨ, ਕੀਰਤਪੁਰ ਦਰਸ਼ਨਾਂ ਨੂੰ ਆਏ ਅਤੇ ਗੁਰੂ ਜੀ ਦੀ ਆਤਮਿਕ ਪ੍ਰਭਾ ਦੇਖ ਉੱਥੋਂ ਦੇ ਹੀ ਹੋ ਗਏ। ਰੇਬਾ ਨਾਥ ਨਾਂ ਦੇ ਸਿੱਧ ਨੇ ਤਾਂ ਆਪਣੀ ਸਾਧ ਮੰਡਲੀ ਸਮੇਤ ਗੁਰੂ ਮਹਿਮਾ ਗਾਈ। ਰੋਪੜ ਨਿਵਾਸੀ ਭਾਈ ਘਰੀਆ ਅਤੇ ਭਾਈ ਬਿੰਦਾ ਜੀ ਨੇ ਗੁਰੂ ਅਜ਼ਮਤ ਦ੍ਰਿੜਾਉਣ ਦਾ ਜਿੰਮਾ ਆਪਣੇ ਸਿਰ ਤੇ ਲਿਆ। ਇਹ ਪ੍ਰਚਾਰ ਹਿੱਤ ਕਾਬਲ ਕੰਧਾਰ ਤੱਕ ਗਏ। ਬਾਬਾ ਬੁੱਢਾ ਜੀ ਦੇ ਅਕਾਲ ਚਲਾਣੇ ਉਪਰੰਤ ਉਹਨਾਂ ਦੇ ਸਪੁੱਤਰਾਂ ਭਾਈ ਸਿਧਾਰੀ, ਭਾਈ ਭਿਖਾਰੀ, ਭਾਈ ਮਹਿਮੂ ਅਤੇ ਭਾਈ ਮਹਿਮਾ ਜੀ ਨੇ ਗੁਰੂ ਘਰ ਦੀ ਸੇਵਾ ਉਸੇ ਨਿਮਰਤਾ ਭਾਵ ਵਿੱਚ ਜਾਰੀ ਰੱਖੀ। ਬਾਬਾ ਭਾਨਾ ਜੀ ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਦੇ ਕੁਝ ਦਿਨਾਂ ਬਾਅਦ ਹੀ ਅਕਾਲ ਚਲਾਣਾ ਕਰ ਗਏ। ਗੁਰੂ ਹਰ ਰਾਏ ਜੀ ਦੀ ਸੇਵਾ ਉਹਨਾਂ ਦੇ ਪੋਤਰੇ ਭਾਈ ਝੰਡਾ ਜੀ ਕਰਦੇ ਰਹੇ। ਭਾਵੇਂ ਭਾਈ ਝੰਡਾ ਜੀ ਗੁਰੂ ਹਰਗੋਬਿੰਦ ਜੀ ਦੇ ਵੇਲੇ ਵੀ ਸੇਵਾ ਵਿੱਚ ਜੁਟੇ ਰਹਿੰਦੇ ਸਨ, ਪਰ ਉਹਨਾਂ ਵੀ ਦਾਦੇ ਵਾਂਗੂ ਗੁਰੂ ਸ਼ਰਧਾ ਦੀ ਹੱਦ ਨੂੰ ਛੋਹ ਕੇ ਦੱਸਿਆ। ਉਹਨਾਂ ਨੂੰ ਬਾਬਾ ਬੁੱਢਾ ਜੀ ਦੇ ਨਿੱਤ ਕਹੇ ਜਾਂਦੇ ਬਚਨ ਯਾਦ ਸਨ। ਕਰੋ ਕਾਰ ਸਭ ਕਰੋ ਹੀਲਾ, ਭਜਨ ਪਾਠ ਅਰਦਾਸ ਬੰਦਗੀ ਦਾ, ਪਰ ਟੇਕ ਰੱਖੋ ਮੇਰਾਂ ਤੇ। ਉਹਨਾਂ ਦੇ ਅਕਾਲ ਚਲਾਣੇ ਪਿੱਛੋਂ ਸਾਰਾ ਭਾਰ ਉਹਨਾਂ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਸੰਭਾਲ ਲਿਆ। ਬਾਬਾ ਗੁਰਦਿੱਤਾ ਜੀ ਆਪਣੇ ਨਿੱਕੇ ਪੁੱਤਰ ਰਾਮ ਕੁੰਵਰ ਨੂੰ, ਜੋ ਭਾਈ ਗੁਰਬਖਸ਼ ਸਿੰਘ ਕਰਕੇ ਪ੍ਰਸਿੱਧ ਹੋਏ ਅਤੇ ਸਨਮੁਖ ਹੋ ਦਰਬਾਰ ਸਾਹਿਬ ਸ਼ਹੀਦੀ ਪਾਈ, ਨੂੰ ਨਾਲ ਲੈ ਆਏ। ਘਰ ਦਾ ਕੰਮ ਕਾਜ ਭਾਈ ਸਰਵਨ ਜੀ ਸੰਭਾਲ ਰਹੇ ਸਨ। ਰੋਪੜ ਨਿਵਾਸੀ ਭਾਈ ਸੰਤ ਰਾਮ ਜੀ, ਭਾਈ ਸਦਾ ਮੱਲ, ਭਾਈ ਰਾਮ ਲਾਲ ਦਰਸ਼ਨਾਂ ਨੂੰ ਆਏ ਅਤੇ ਜੀਵਨ ਰੂਪ ਕਿਵੇਂ ਪ੍ਰਾਪਤ ਹੋਏ ਦੇ ਵੱਲ ਦੀ ਜਸ ਜਾਚਨਾ ਕੀਤੀ। ਆਪ ਜੀ ਨੇ ਫਰਮਾਇਆ, ਬਾਕੀ ਕਰਮਾਂ ਨਾਲ ਬੇਸ਼ੱਕ ਕੁਝ ਦੁਨਿਆਵੀ ਸ਼ੌਹਰਤ ਤਾਂ ਮਿਲ ਜਾਂਦੀ ਹੈ, ਪਰ ਦਰਗਾਹ ਨਾਮ ਹੀ ਵਸੇਖ ਹੈ। ਵਾਹਿਗੁਰੂ ਜਸ ਕਰਦੇ ਰਹਿਣਾ ਹੀ ਜੀਵਨ ਦਾ ਸਹੀ ਰੂਪ ਹੈ। ਗੁਰੂ ਅਰਜਨ ਦੇਵ ਜੀ ਦਾ ਫਰਮਾਨ ਉਚਾਰ ਕੇ ਸੁਣਾਇਆ, ਜੀਵਨ ਰੂਪ ਗੋਪਾਲ ਜਸ ਸੰਤਾਂ ਜਨਾਂ ਕੀ ਰਾਸ। ਉਹਨਾਂ ਨੇ ਸਿਮਰਨ ਨੂੰ ਐਸਾ ਪਕਾਇਆ ਕਿ ਨਾਮ ਪ੍ਰਗਟ ਹੋਏ ਆਇਆ। ਔਰੰਗਜ਼ੇਬ ਨੇ ਜਿਵੇਂ ਸਰਮਦ ਨੂੰ ਮਾਰ ਮੁਕਾਇਆ, ਇਹ ਮੁਸਲਮਾਨ ਫਕੀਰਾਂ ਲਈ ਚੇਤਾਵਨੀ ਸੀ। ਔਰੰਗਜ਼ੇਬ ਸੁੰਨੀ ਵਿਚਾਰਾਂ ਦਾ ਹੋਣ ਕਾਰਨ ਚੁਣ ਚੁਣ ਕੇ ਸ਼ੀਆ ਫਕੀਰਾਂ ਅਤੇ ਸੂਫੀ ਵਜੂਦਾਂ ਨੂੰ ਸਜ਼ਾਵਾਂ ਤੇ ਜਲੀਲ ਕਰ ਰਿਹਾ ਸੀ। ਗੋਦੜੀ ਲਪੇਟੇ ਫਕੀਰਾਂ ਦੀ ਜਮ੍ਹਾਂ ਪੂੰਜੀ ਨੂੰ ਜਿਵੇਂ ਨਵੇਂ ਕੋਰੇ ਬਸਤਰ ਪਹਿਨਾਉਣ ਦੇ ਬਹਾਨੇ ਔਰੰਗਜ਼ੇਬ ਨੇ ਹੜੱਪਿਆ, ਉਹ ਹਿੰਦ ਪ੍ਰਸਿੱਧ ਕਹਾਣੀ ਹੈ। ਸ਼ਾਹ ਦੌਲਾ ਗੁਜਰਾਤ ਵਾਲੇ, ਜੋ ਬਹੁਤ ਪ੍ਰਸਿੱਧ ਹੋ ਗਏ ਸਨ, ਨੂੰ ਵੀ ਦਿੱਲੀ ਹਾਜ਼ਰ ਹੋਣ ਲਈ ਕਿਹਾ ਸੀ, ਪਰ ਕੁਝ ਲੋਕਾਂ ਦੇ ਵਿੱਚ ਪੈਣ ਤੇ ਗੱਲ ਆਈ ਗਈ ਹੋ ਗਈ। ਮੁੱਲਾ ਸ਼ਾਹ ਬਦਖਸ਼ੀਨੀ ਦੀ ਹੇਠੀ ਕਰਨ ਤੇ ਉਹ ਤੁਲ ਪਿਆ ਸੀ, ਪਰ ਚੰਗੇ ਭਾਗਾਂ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਅਤੇ ਉਹ ਔਰੰਗਜ਼ੇਬ ਹੱਥੋਂ ਬੇਇੱਜ਼ਤ ਹੋਣ ਤੋਂ ਬਚ ਗਏ। ਤਖਤ ਨਸ਼ੀਨੀ ਵੇਲੇ ਔਰੰਗਜ਼ੇਬ ਦੇ ਸੱਜੇ ਪਾਸੇ ਮੁਜੱਜਦ ਸਾਨੀ ਨਕਸ਼ਬੰਦੀ ਦੇ ਸਰਬਰਾਹ ਦਾ ਪੁੱਤਰ ਬੈਠਾ ਦੇਖ ਹੀ ਸਭ ਜਾਣ ਗਏ ਸਨ ਕਿ ਫਕੀਰਾਂ, ਸੂਫੀਆਂ, ਸਾਧਾਂ ਤੇ ਸੰਤਾਂ ਦੀ ਸ਼ਾਮਤ ਆਉਣ ਵਾਲੀ ਹੈ। ਫਕੀਰ ਵੀ ਇਹ ਜਾਣਦੇ ਸਨ ਕਿ ਗੁਰੂ ਨਾਨਕ ਦਾ ਘਰ ਹੀ ਐਸਾ ਹੈ ਜਿੱਥੇ ਪਨਾਹ ਤਾਂ ਮਿਲਦੀ ਹੀ ਹੈ, ਨਾਲ ਰੂਹਾਨੀ ਤਸਕੀਨ ਵੀ। ਰੋਪੜ ਦੇ ਪ੍ਰਸਿੱਧ ਫਕੀਰ ਨੂਰਦੀਨ ਮਾਲਾ ਸ਼ੇਖ ਅਤੇ ਮੁਹੰਮਦ ਬਖਸ਼ ਕੀਰਤਪੁਰ ਗੁਰੂ ਜੀ ਪਾਸ ਆਏ ਅਤੇ ਉੱਥੇ ਹੀ ਟਿਕੇ ਰਹੇ। ਉਹਨਾਂ ਨੂੰ ਆਉਂਦਿਆਂ ਦੇਖ ਮਹਾਰਾਜ ਨੇ ਓਨਾ ਪਿਆਰਾ ਰੱਬ ਉਹਨਾਂ ਜੋ ਗਈ ਉਚਾਰ ਕੇ ਸਵਾਗਤ ਕੀਤਾ। ਬਾਣੀ ਸੁਣਦੇ ਸਾਰ ਤਸੱਲੀ ਹੋਈ, ਅਭੈ ਪਦ ਨੂੰ ਪ੍ਰਾਪਤ ਹੋਏ। ਜਦ ਉਹਨਾਂ ਮਾਰਫਤ ਦੀ ਗੱਲ ਪੁੱਛੀ ਤਾਂ ਆਪ ਜੀ ਨੇ ਤਹਿਕੀਕ ਦਿਲਦਾਨੀ ਫਰਮਾ ਕੇ ਜੀਵਨ ਰਾਹ ਦੀ ਮੰਜ਼ਿਲ ਦਰਸਾਈ। ਇਹ ਫਕੀਰ ਗੁਰੂ ਆਦਰਸ਼ ਨੂੰ ਪ੍ਰਚਾਰਨ ਲਈ ਮੁਸਲਮਾਨ ਦੇਸ਼ਾਂ ਵਿੱਚ ਵੀ ਗਏ। ਆਪ ਜੀ ਦੀ ਸੋਭਾ ਸੁਣ ਨਵਾਂ ਸ਼ਹਿਰ ਦੇ ਰਹਿਣ ਵਾਲੇ ਭਾਈ ਸੰਗਤੀਆਂ, ਭਾਈ ਸ਼ਾਹੀ ਰਾਮ, ਭਾਈ ਪੰਜਾਵਾ, ਭਾਈ ਭੀਮ ਚੰਦ, ਭਾਈ ਵਿਸ਼ੰਬਰ ਦਿਆਲ, ਭਾਈ ਮਹੇਸ਼ ਸੱਜਣ, ਭਾਈ ਗਜਨ, ਭਾਈ ਰਾਮਾ ਅਤੇ ਭਾਈ ਕਾਹਨਾ ਅਤੇ ਹੋਰ ਜਗਿਆਸੂ ਆਤਮਾ ਰਸ ਦੀ ਪ੍ਰਾਪਤੀ ਕਿਵੇਂ ਹੋਵੇ ਦੀ ਜਾਚਨਾ ਲੈ ਆਏ। ਆਪ ਜੀ ਦੇ 5ਵੇਂ ਪਾਤਸ਼ਾਹ ਦਾ ਹੁਕਮ ਸੁਣਾਇਆ ਕਿ ਜਿਸ ਆਤਮ ਰਸ ਦੀ ਉਹ ਜਾਚਨਾ ਕਰ ਰਹੇ ਹਨ, ਉਹ ਨਿਮਰ ਭਾਵ ਵਿੱਚ ਸਦਾ ਵਿਚਰਿਆ ਮਿਲਦਾ ਹੈ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਨਾਮ ਪ੍ਰਾਪਤ ਕਰ ਸਦਾ ਗੁਣ ਗਾਉਂਦੇ ਰਹਿਣ ਨਾਲ ਇਸ ਆਤਮਿਕ ਸਵਾਦ ਸਹਿਜ ਅਵਸਥਾ ਦਾ ਸੁੱਖ ਬਣਿਆ ਰਹਿੰਦਾ ਹੈ।
ਆਤਮ ਰਸ ਮੁਖ ਸਹਿਜ ਸਮਾਵੇ। ਅਤੇ ਜਿਸ ਨੇ ਇਹ ਰਸ ਪਾ ਲਿਆ ਉਸ ਦਾ ਹਰੀ ਨਾਲ ਪਿਆਰ ਬਣਿਆ ਰਹਿੰਦਾ ਹੈ ਅਤੇ ਐਸੇ ਪੁਰਖਾਂ ਦਾ ਆਉਣਾ ਵੀ ਸਫਲ ਹੈ, ਰਹਿਣਾ ਵੀ ਸੁਖਦਾਈ ਹੈ ਅਤੇ ਚਲੇ ਜਾਣਾ ਤੇ ਵੀ ਉਹ ਹੋਰਨਾਂ ਲਈ ਰਾਹ ਦਿਖਾਉਣ ਵਾਲੇ ਹੁੰਦੇ ਹਨ। ਆਤਮ ਰਸ ਜਹ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਇਹ ਸਭ ਸਾਡਾ ਇਤਿਹਾਸ ਕਹਿੰਦਾ ਹੈ ਕਿ ਮਹਾਰਾਜ ਦੇ ਉਪਦੇਸ਼ਾਂ ਦੁਆਰਾ ਆਤਮ ਰਸ ਦੇ ਮਾਨਣ ਵਾਲੇ ਬ੍ਰਹਮ ਗਿਆਨੀ ਹੋਏ। ਸਿੱਖ ਸੰਗਤਾਂ ਵਿੱਚ ਦਰਸ਼ਨਾਂ ਦਾ ਚਾਅ ਇਤਨਾ ਸੀ ਕਿ ਉਹ ਜਥੇ ਬਣਾ ਕੀਰਤਪੁਰ ਪੁੱਜ ਰਹੇ ਸਨ। ਨਿਰਾ ਮਾਲਵਾ ਜਾਂ ਮਾਝੇ ਤੋਂ ਹੀ ਸੰਗਤਾਂ ਨਹੀਂ ਸਨ ਉਮੜ ਰਹੀਆਂ, ਸਗੋਂ ਦੂਰ ਦੇਸ਼ਾਂ ਤੋਂ ਵੀ ਆ ਰਹੀਆਂ ਸਨ। ਲੰਮੇ ਦੇਸ਼ ਤੋਂ ਸੰਗਤਾਂ ਵੱਡਾ ਜਥਾ ਬਣਾ ਕੇ ਚੱਲ ਪਈਆਂ। ਉਸ ਜਥੇ ਵਿੱਚ ਇੱਕ ਜਸਵੰਤ ਰਾਏ ਨਾਮ ਦਾ ਜਿਉੜਾ ਵੀ ਸੀ, ਜੋ ਨਿਰੋਲ ਇਸ ਲਈ ਨਾਲ ਹੋ ਪਿਆ ਸੀ ਕਿ ਕੀਰਤਪੁਰ ਸੁਣਿਆ ਹੈ ਬਹੁਤ ਇਕੱਠ ਹੁੰਦੇ ਹਨ ਅਤੇ ਉੱਥੇ ਜੇਬ ਕੱਟਣ, ਚੋਰੀ ਕਰਨ, ਮਾਲ ਚੁੱਕਣ ਅਤੇ ਚੀਜ਼ਾਂ ਉਠਾਉਣ ਦੀ ਮੌਜ ਲੱਗੀ ਰਹੇਗੀ। ਪਰ ਉਸਨੂੰ ਕੀ ਪਤਾ ਸੀ ਕਿ ਗੁਰੂ ਹਰਕ੍ਰਿਸ਼ਨ ਜੀ ਨੇ ਪਹਿਲੀ ਤੱਕਣੀ ਨਾਲ ਉਸ ਦੀ ਜੀਵਨ ਰੌਂ ਹੀ ਬਦਲ ਦੇਣੀ ਹੈ। ਜਸਵੰਤ ਰਾਏ ਨੇ ਜਦ ਅੱਗੇ ਹੋ ਮੱਥਾ ਟੇਕਿਆ ਤਾਂ 8ਵੇਂ ਪਾਤਸ਼ਾਹ ਨੇ ਨਜ਼ਰ ਭਰਵੀਂ ਪਾ ਉਚਾਰਿਆ, ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀਆ ਚੰਗਾ ਕਿਉਂ ਹੋਈ। ਇਤਨਾ ਮਹਾਰਾਜ ਦਾ ਬੋਲਣਾ ਹੀ ਸੀ ਕਿ ਉੱਚੀ ਉੱਚੀ ਰੋਣ ਲੱਗ ਪਿਆ। ਮਹਾਰਾਜ ਨੇ ਧੀਰਜ ਦਿੱਤਾ ਤੇ ਫਰਮਾਇਆ ਕਿ ਚੋਰੀ ਦੀ ਭੈੜੀ ਵਾਦੀ ਤੈਨੂੰ ਕਿਧਰੇ ਵੀ ਨਹੀਂ ਰਹਿਣ ਦੇਵੇਗੀ। ਚੋਰ ਭਾਵੇਂ ਕਿਤਨਾ ਵੀ ਸੋਹਣਾ ਬਣ ਕੇ ਰਹੇ, ਗੱਲਾਂ ਵੀ ਦੇਖਣ ਨੂੰ ਸਿਆਣੀਆਂ ਵਾਲੀਆਂ ਕਰੇ, ਪਰ ਉਸ ਦਾ ਮੁੱਲ ਸਮਾਜ ਵਿੱਚ 2 ਗੰਢੇ ਵੀ ਨਹੀਂ। ਕੁਝ ਦੇਰ ਤਾਂ ਐਸ਼ ਬੇਸ਼ੱਕ ਕਮਾ ਲਵੇ, ਪਰ ਅੰਤ ਸਦਾ ਮਾੜਾ ਹੀ ਹੁੰਦਾ ਹੈ। ਜਸਵੰਤ ਰਾਏ ਨੇ ਕਿਰਤ ਕਰਨ ਦਾ ਸੰਗਤ ਸਾਹਮਣੇ ਹੀ ਪ੍ਰਣ ਕੀਤਾ, ਪਿਛਲੇ ਕੀਤੇ ਦੀ ਖਿਮਾ ਮੰਗੀ ਅਤੇ ਕਾਬਲ ਆ ਕੇ ਜੀਵਨ ਦੀ ਘਾੜਤ ਨਾਲੋਂ ਨਾਲ ਘੜਦਾ ਰਿਹਾ। ਜਿਵੇਂ ਬਿਨ ਬੋਲੇ ਮਹਾਰਾਜ ਨੇ ਬੁੱਝਿਆ ਸੀ, ਉਸ ਦੀ ਚਰਚਾ ਚਾਰੇ ਪਾਸੇ ਅਤੇ ਸਭ ਕਹਿ ਰਹੇ ਸਨ ਕਿ ਮਾਲਕ ਗੁਰੂ ਸਭ ਜਾਣਦੇ ਹਨ। ਜਾਣੇ ਜਾਣ ਸੁਜਾਣਾ ਸਿੱਖੀ ਦਾ ਆਸ਼ਾ ਬੰਦ ਖਲਾਸ ਹੈ। ਇਹ ਬੰਦ ਖਲਾਸ ਸੰਭਵ ਤਾਂ ਹੀ ਹੈ ਜੇ ਇਹ ਰਸਮਾਂ ਦੀਆਂ ਬੇੜੀਆਂ ਤੋੜ ਫੈਂਕੇ ਅਤੇ ਕਿਸੇ ਸ਼ੈ ਦਾ ਗੁਲਾਮ ਨਾ ਰਹੇ। ਗੁਰੂ ਸਾਹਿਬਾਨ ਸਿੱਖ ਕੋਲੋਂ ਆਸ ਰੱਖਦੇ ਹਨ ਕਿ ਉਸ ਦੀ ਕਾਇਆ ਕੁਆਰੀ, ਕੰਚਨ ਅਤੇ ਕੜਾਸਨ ਰਹੇਗੀ। ਝੂਠਾ ਮਦ ਮੂਲ ਨਾ ਪੀਜੀ ਜੇ ਕਾ ਪਾਰ ਵਸਾਈ। ਗੁਰੂ ਅਮਰਦਾਸ ਜੀ ਦਾ ਹੁਕਮ ਸੀ, ਸਿੱਖ ਕਿਸੇ ਦਾ ਬੰਦੀ ਨਹੀਂ ਅਤੇ ਨਾ ਕਿਸੇ ਨੂੰ ਬੰਦੀ ਬਣਾ ਕੇ ਖੁਸ਼ ਹੈ। ਇੱਥੋਂ ਤੱਕ ਕਿ ਤੋਤੇ ਨੂੰ ਵੀ ਪਿੰਜਰੇ ਵਿੱਚ ਪਾ ਘਰ ਨਾ ਰੱਖਣ ਦਾ ਹੁਕਮ ਹੈ। ਨਸ਼ਾ ਅਤੇ ਜੂਆ ਵੀ ਇੱਕ ਕਿਸਮ ਦੀਆਂ 2 ਕੈਦਾਂ ਹਨ ਜਿਨ੍ਹਾਂ ਵਿੱਚ ਪੈ ਪ੍ਰਾਣੀ ਜਨਮ ਜੂਏ ਹਾਰ ਜਾਂਦਾ ਹੈ। ਗੇਂਦਾ ਮੱਲ ਨਾਂ ਦਾ ਇੱਕ ਜੁਆਰੀ ਨੂੰ ਜੂਏ ਤੇ ਸ਼ਰਾਬ ਦੀ ਐਸੀ ਲੱਤ ਲੱਗ ਗਈ ਸੀ ਕਿ ਯਤਨ ਕਰਕੇ ਵੀ ਨਾ ਛੁੱਟੇ। ਯਾਰ ਬਾਸ਼ ਵਰਗਲਾ ਕੇ ਉਸਨੂੰ ਇਸ ਕੁਚਾਲ ਵਿੱਚੋਂ ਨਿਕਲਣ ਨਾ ਦਿੰਦੇ। ਸੰਗਤ ਨਾਲ ਕੀਰਤਪੁਰ ਦਰਸ਼ਨਾਂ ਨੂੰ ਆਇਆ। ਨਿਰਮਲ ਵਾਤਾਵਰਨ, ਨਰੋਈਆਂ ਵਿਚਾਰਾਂ ਅਤੇ ਸਦਾ ਖਿੜੇ ਮੱਥੇ ਸਿੱਖਾਂ ਨੂੰ ਚਾਅ ਵਿੱਚ ਭਰੇ ਦੇਖ ਇੱਕ ਦਿਨ ਭਰੀ ਸੰਗਤ ਵਿੱਚ ਹੀ ਗੁਰੂ ਜੀ ਦੇ ਚਰਨ ਪਕੜ ਲਏ ਤੇ ਛੱਡੇ ਹੀ ਨਾ। ਗੁਰੂ ਪਾਤਸ਼ਾਹ ਨੇ ਸੀਸ ਨਿਵਾਇਆ, ਕਿਆ ਥੀਜੈ ਜੋ ਹਿਰਦੇ ਕੁਸੁਦੇ ਜਾਹੇ ਦੀ ਤੁਕ ਪੜੀ। ਗੇਂਦਾ ਮੱਲ ਦਾ ਅੰਦਰਲਾ ਮਨ ਹਿੱਲ ਗਿਆ। ਹੱਥ ਜੋੜ ਖਿਮਾ ਮੰਗੀ ਅਤੇ ਜੂਆ ਮਦ ਤਿਆਗਣ ਦਾ ਪ੍ਰਣ ਕੀਤਾ। ਸੰਗਤ ਨੂੰ ਵੀ ਮਹਾਰਾਜ ਨੇ ਇਹਨਾਂ ਮਾੜੀਆਂ ਇਲਤਾਂ ਤੋਂ ਸਦਾ ਦੂਰ ਰਹਿਣ ਦਾ ਹੁਕਮ ਕੀਤਾ। ਰੇਲਵੇ ਸਟੇਸ਼ਨ ਚੰਡੀਗੜ੍ਹ ਤੋਂ 8-9 ਮੀਲ ਤੇ ਮਣੀ ਮਾਜਰੇ ਤੋਂ 16 ਕੁ ਮੀਲ ਦੀ ਵਾਟ ਤੇ ਲੰਮਾ ਪਿੰਡ ਹੈ। ਇਸ ਦੇ ਲਾਗੇ ਹੀ ਗੁਰੂ ਹਰ ਰਾਏ ਸਾਹਿਬ ਦਾ ਗੁਰੂ ਕਾ ਅੰਬ ਨਾਂ ਦਾ ਗੁਰਦੁਆਰਾ ਹੈ। ਗੁਰੂ ਹਰ ਰਾਏ ਨੇ ਚਰਨ ਪਾ ਅਤੇ ਇਸ ਅੰਬ ਦੇ ਦਰਖਤ ਹੇਠਾਂ ਬੈਠ ਕੇ ਇਸ ਨੂੰ ਪਵਿੱਤਰ ਕੀਤਾ ਸੀ। ਇਸ ਪਿੰਡ ਦਾ ਪੰਚਨਦ ਚੰਦ ਪੈਂਚੀ ਕਰਨ ਦੀ ਥਾਂ ਮੰਦਕਰਮੀ ਹੋ ਗਿਆ ਅਤੇ ਵਿਵਚਾਰ ਕਰਨ ਲੱਗਾ। ਬਾਕੀ ਸਾਥੀ ਪੰਚਾਂ ਨੇ ਬਹੁਤ ਹੀ ਸਮਝਾਇਆ ਪਰ ਕਿਸੇ ਦੀ ਸੁਣੇ ਹੀ ਨਾ। ਸੰਗਤ ਨਾਲ ਕੀਰਤਪੁਰ ਗੁਰੂ ਹਰਕ੍ਰਿਸ਼ਨ ਜੀ ਦੇ ਦਰਸ਼ਨਾਂ ਨੂੰ ਆਇਆ। ਮੱਥਾ ਟੇਕਿਆ ਹੀ ਸੀ ਕਿ ਮਹਾਰਾਜ ਨੇ ਜਪਜੀ ਸਾਹਿਬ ਦੀਆਂ ਤੁਕਾਂ ਇਸ ਨੂੰ ਸੰਬੋਧਨ ਕਰਕੇ ਸੁਣਾਈਆਂ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਣ, ਪੰਚੇ ਸੋਹੇ ਦਰ ਰਾਜਾਨ। ਫਿਰ ਪੰਚ ਦੇ ਲੱਛਣ ਦਰਸਾਏ ਕਿ ਉਸ ਪੰਚ ਦਾ ਨਗਰ ਵੱਧਦਾ ਫੈਲਦਾ ਅਤੇ ਖੁਸ਼ਹਾਲ ਹੁੰਦਾ ਹੈ, ਜੋ ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ ਦਾ ਧਾਰਨੀ ਹੁੰਦਾ ਹੈ ਅਤੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਰੁਸਾ ਦਿੰਦਾ ਹੈ। ਐਸਾ ਕਰ ਫਿਰ 5 ਤੱਤਾਂ ਦੇ ਗੁਣ ਛੇਵਾਂ ਆਦਿ ਹਿਰਦੇ ਵਸਾ ਕੇ 5 ਆਵਾਜ਼ਾਂ, ਸਪਰਸ਼, ਰਸ, ਰੂਪ ਅਤੇ ਸੁਗੰਧੀ ਦਾ ਗੁਲਾਮ ਨਹੀਂ ਹੁੰਦਾ।
ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ, ਇਨ ਬਿਦ ਨਗਰ ਵੂਠਾ ਮੇਰੇ ਭਾਈ। ਬਾਹਰਲਾ ਨਗਰ ਤਾਂ ਸੁਧਰੇਗਾ ਹੀ, ਸਰੀਰ ਨਗਰ ਵਿੱਚ ਵੀ ਖੇੜਾ ਆ ਜਾਏਗਾ। ਨੰਦ ਚੰਦ ਨੇ ਖਿਵਾ ਮੰਗੀ ਅਤੇ ਕਿਹਾ ਕਿ ਉਹ ਪੰਚ ਵਾਲੇ ਕਾਰਜ ਨਹੀਂ ਸੀ ਨਿਭਾ ਰਿਹਾ। ਵੇਸਵਾਗਾਮੀ ਹੋ ਕੇ ਜੀਵਨ ਅਜਾਈ ਗਵਾ ਰਿਹਾ ਸਾਂ। ਪਿੱਛੇ ਦੀ ਖਿਵਾ ਮੰਗੀ ਅਤੇ ਅੱਗੋਂ ਨਿਰਮਾਣ ਹੋ ਕੇ ਸੇਵਾ ਕਰਨ ਦਾ ਪ੍ਰਣ ਕੀਤਾ। ਉਸ ਦਾ ਆਪਣਾ ਜੀਵਨ ਵੀ ਕੁੰਦਨ ਹੋਇਆ ਅਤੇ ਨਗਰ ਵਧਿਆ ਫੁੱਲਿਆ। ਬਚਨਾਂ ਦੇ ਤੀਰ ਨਾਲ ਗੁਰੂ ਹਰਿਕ੍ਰਿਸ਼ਨ ਜੀ ਰਾਹ ਤੋਂ ਖੁੰਝਿਆਂ ਨੂੰ ਜੀਵਨ ਰਾਹ ਦਰਸਾ ਰਹੇ ਸਨ। ਭਰਤਪੁਰ ਦੇ ਰਹਿਣ ਵਾਲੇ ਜਗਨੇ ਕਸਾਈ ਨੂੰ ਦਿਨ ਰਾਤ ਇਹੀ ਹੀ ਵਿਚਾਰ ਗ੍ਰਸੀ ਰੱਖਦੀ ਸੀ ਕਿ ਉਸ ਦੀ ਕਿਰਤ ਐਸੀ ਹੈ ਜਿਸ ਕਾਰਨ ਕਦੇ ਕਲਿਆਣ ਨਹੀਂ ਹੋ ਸਕੇਗੀ। ਸੰਗਤ ਸਮੇਤ ਗੁਰੂ ਦਰਬਾਰ ਆਇਆ ਤੇ ਮਨ ਦਾ ਤੌਖਲਾ ਦੱਸਿਆ। ਮਹਾਰਾਜ ਨੇ ਤਸੱਲੀ ਦਿੱਤੀ ਕਿ ਸਦਨਾ ਵੀ ਕਿਰਤ ਕਰ ਕਸਾਈ ਸੀ, ਪਰ ਭਗਤੀ ਰੰਗ ਵਿੱਚ ਰੰਗਿਆ ਸੀ ਅਤੇ ਇਹ ਪੁਕਾਰਦਾ ਰਹਿੰਦਾ ਸੀ ਕਿ ਜੇ ਕਿਰਤ ਕਰਕੇ ਪਕੜੇ ਜਾਣਾ ਹੈ ਤਾਂ ਜਗਤ ਗੁਰੂ ਦੀ ਸ਼ਰਨ ਲਿਆਂ ਦਾ ਕੀ ਲਾਭ। ਸ਼ੇਰ ਦੀ ਸ਼ਰਨ ਗਿਆ ਅਤੇ ਫਿਰ ਵੀ ਗਿੱਦੜ ਕਰਮਾਂ ਕਿਰਤਾਂ ਰਸਮਾਂ ਨਹੀਂ ਖਾਣਾ ਹੈ ਤਾਂ ਇਤਨੇ ਵੱਡੇ ਮਾਲਕ ਦੀ ਜਾਚਨਾ ਕਰਨ ਦਾ ਕੀ ਫਾਇਦਾ। ਤਵ ਗੁਣ ਕਹਾਂ ਜਗਤ ਗੁਰਾਂ ਜਿਉ ਕਰਮ ਨ ਨਾਸੇ। ਸਿੰਘ ਸ਼ਰਨ ਕਤ ਜਾਈਏ ਜਿਉ ਜੰਬੁਕ ਗਰਾਸੇ। ਜਗਣੇ ਦਾ ਐਸਾ ਹੌਸਲਾ ਬੱਧਾ ਕਿ ਦੁਵਿਧਾ ਨਸੀ। ਮਹਾਰਾਜ ਦੇ ਚਰਨਾਂ ਵਿੱਚ ਹੀ ਰਹਿਣ ਲੱਗ ਪਿਆ ਤੇ ਲੰਗਰ ਦੀ ਸੇਵਾ ਕਰ ਪਰਮ ਪਦਵੀ ਪਾਈ। ਆਪ ਜੀ ਦੇ ਦਰਸ਼ਨਾਂ ਲਈ ਕਿਰਤਪੁਰ ਭੀੜ ਹੀ ਲੱਗੀ ਰਹਿੰਦੀ ਸੀ। ਜਿਸ ਕਿਸੇ ਨੇ ਸੁਣਿਆ ਕਿ ਡਿੱਠੇ ਸਭ ਦੁੱਖ ਜਾਂਦੇ ਹਨ, ਉਹ ਪੈਂਡੇ ਕਰਕੇ ਵੀ ਕਿਰਤਪੁਰ ਪਹੁੰਚਦੇ। ਕੁਸ਼ਤੀਆਂ ਦੀਆਂ ਤਾਂ ਕਤਾਰਾਂ ਹੀ ਲੱਗੀਆਂ ਰਹਿੰਦੀਆਂ ਸਨ। ਗੁਰਪ੍ਰਣਾਲੀ ਰਚਿਤ ਗਿਆਨੀ ਗਿਆਨ ਸਿੰਘ ਵਿੱਚ ਖੂਬ ਲਿਖਿਆ ਹੈ ਕਿ ਦਿਨ ਰੈਣ ਹੀ ਆਪ ਜੀ ਦੇ ਦਰਸ਼ਨਾਂ ਕਰਕੇ ਸਭ ਸੰਤ ਸੁੱਖ ਲੈ ਰਹੇ ਸਨ। ਆਪ ਜੀ ਦੇ ਪਾਵਨ ਬਚਨ ਸੁਣ ਮਨ ਨੂੰ ਐਸਾ ਚੈਨ ਮਿਲਦਾ ਸੀ ਕਿ ਅੰਦਰਲਾ ਹੁਲਾਰਾ ਜਿਹਾ ਮਹਿਸੂਸ ਹੁੰਦਾ ਸੀ। ਸਭ ਜੈ ਜੈ ਕਾਰ ਕਰਦੇ ਮੁੜਦੇ ਸਨ। ਸੁਨੇ ਸੁਖਦੈਨ ਦਿਨ ਰੈਣ ਤਤ ਮੈਨ ਲਖ। ਸੁਨੇ ਬੈਨ ਚੈਨ ਮੈਨ ਭਇਓ ਜੈ ਜੈ ਕਾਰਜੂ। ਉਹਨਾਂ ਦੇ ਦਰਸ਼ਨ ਪਾਉਂਦੇ ਹੀ ਦਰਦ ਦੁੱਖ ਇੰਜ ਨਸ ਜਾਂਦੇ ਸਨ ਜਿਵੇਂ ਹਵਾ ਚੱਲਣ ਨਾਲ ਗਰਮੀ ਅਤੇ ਹੁੱਸੜ ਭੱਜ ਜਾਂਦੇ ਹਨ। ਆਪ ਜੀ ਦਾ ਚੰਨ ਵਰਗਾ ਮੁਖੜਾ ਡਿੱਠਿਆਂ ਅੰਨੇ ਨੂੰ ਵੀ ਦ੍ਰਿਸ਼ਟੀ ਮਿਲ ਜਾਂਦੀ ਸੀ। ਜਾ ਕੇ ਦੇਖੋ ਦਰਦ ਨਸਾਵੇ ਪੌਣ ਬਾਰਦ ਸੈ। ਸਾਰਦਾ ਪ੍ਰਕਾਸ਼ੇ ਸੁਖ ਅੰਧੇ ਚੁੱਖ ਪਾਈ ਹੈ। ਬਸੰਤਰ ਨਾਂ ਦਾ ਬ੍ਰਾਹਮਣ ਸੋਭਾ ਸੁਣ ਦੂਰੋਂ ਕਾਂਸ਼ੀ ਤੋਂ ਆਇਆ ਅਤੇ ਕੁਸ਼ਟ ਰੋਗ ਦੂਰ ਕਰਨ ਲਈ ਬੇਨਤੀਆਂ ਕੀਤੀਆਂ। ਧੰਨ ਗੁਰੂ ਹਰਿਕ੍ਰਿਸ਼ਨ ਜੀ ਨੇ ਉਹਨਾਂ ਦੀ ਅਰਜ਼ੋਈ ਸੁਣ ਕੇ ਬੜੇ ਧੀਰਜ ਨਾਲ ਬੋਲੇ ਕਿ ਸਰੀਰ ਦਾ ਕੋਹੜ ਤਾਂ ਜਿਵੇਂ ਇੱਛਾਧਾਰੀ ਹੈ ਦੂਰ ਹੋ ਜਾਏਗਾ ਦਿਵਜ ਜੀ, ਪਰ ਵਰਨਾਸ਼ਰਮ ਦਾ ਕੋਹੜ ਸਮਾਜ ਵਿੱਚੋਂ ਕੱਢਣ ਦਾ ਉਪਰਾਲਾ ਕਰੋ। ਬੰਨ ਨੂੰ ਬੰਨੋ। ਇਹ ਊਚ ਨੀਚ ਜਾਤ ਪਾਤ ਬ੍ਰਾਹਮਣ ਸ਼ੂਦਰ ਦੇ ਕੋਝੇ ਵਿਚਾਰ ਹੀ ਹਨ ਜੋ ਕੋਹੜ ਲੱਗੇ ਸਮਾਜ ਨੂੰ ਵਿਗਾੜੀ ਚਲੀ ਜਾ ਰਹੇ ਹਨ। ਸਮਾਜ ਦਾ ਇਹ ਕੋਹੜ ਤਦ ਹੀ ਦੂਰ ਹੋਏਗਾ ਜੇਕਰ ਆਪਣੇ ਤੋਂ ਸਭ ਨੂੰ ਉੱਚਾ ਕਰ ਜਾਣੋਗੇ ਤਾਂ ਇੱਥੋਂ ਵੀ ਅਤੇ ਦਰਗਾਹੋਂ ਵੀ ਸੁੱਖ ਪਾਵੋਗੇ। ਆਪਸ ਤੇ ਉੱਪਰ ਸਭ ਜਾਣੋ ਤਿਉ ਦਰਗਾਹੋਂ ਸੁੱਖ ਪਾਵੋ। ਗੁਰੂ ਪਾਤਸ਼ਾਹ ਜਿੱਥੇ ਜਗਤ ਨੂੰ ਜੀਵਨ ਜਾਂਚ ਸਿਖਲਾਉਣ ਆਏ ਸਨ ਉੱਥੇ ਇਨਸਾਨੀ ਜੀਵਨ ਜਾਂਚ ਦੀ ਕਦਰ ਵੀ ਦਰਸਾਉਣ ਆਏ ਸਨ। ਐਸੇ ਕਿਤਨੇ ਹੀ ਹੁਕਮ ਉਹ ਕਰ ਰਹੇ ਸਨ ਜਿਨ੍ਹਾਂ ਰਾਹੀਂ ਇਨਸਾਨੀ ਜੀਵਨ ਦੀ ਕਦਰ ਮਨੁੱਖ ਨੂੰ ਆਵੇ। ਉਹ ਦੇਖ ਰਹੇ ਸਨ ਕਿ ਮਰਦ ਨੇ ਜੀਵਨ ਦੀ ਕਦਰ ਨਾ ਜਾਣ ਹੀ ਔਰਤ ਨੂੰ ਨੀਵਾਂ ਅਤੇ ਮਾੜਾ ਕਿਹਾ ਹੈ। ਸਤੀ ਰਸਮ ਨੂੰ ਰੋਕਣਾ, ਵਿਧਵਾ ਵਿਆਹ ਦੀ ਖੁੱਲ੍ਹ, ਇਸ ਪਾਸੇ ਦੋ ਹੀ ਕਰਮ ਸਨ, ਪਰ ਇੱਕ ਹੋਰ ਐਸੀ ਭੈੜੀ ਵਾਦੀ ਨੇ ਹਿੰਦ ਦੇ ਸਮਾਜ ਨੂੰ ਗ੍ਰਸਿਆ ਹੋਇਆ ਸੀ। ਉਹ ਸੀ ਜੰਮਦੀ ਕੁੜੀ ਨੂੰ ਮਾਰ ਦੇਣਾ, ਖੂਹ ਵਿੱਚ ਸੁੱਟ ਦੇਣਾ ਜਾਂ ਦਰਿਆ ਵਿੱਚ ਵਹਾ ਦੇਣਾ। ਇਸ ਦੁਖਾਂਤਰ ਕੁਸ਼ੀ ਦਾ ਵਬਾ ਇਤਨਾ ਫੈਲ ਗਿਆ ਸੀ ਕਿ ਜੰਮਦੇ ਸਾਰ ਹੀ ਲੜਕੀ ਦਾ ਬਾਪ ਇੱਕ ਹੱਥ ਛੁਰਾ ਅਤੇ ਦੂਜੇ ਹੱਥ ਨਾਲ ਜਨਮੀ ਕੁੜੀ ਲੈ ਕੇ ਪਾਗਲਾਂ ਵਾਂਗ ਗਲੀ ਜਾਂ ਬਾਜ਼ਾਰਾਂ ਵਿੱਚ ਨੱਸ ਜਾਂਦਾ ਸੀ। ਨਾਲ ਨਾਲ ਹੀ ਆਖੀ ਜਾਂਦਾ ਸੀ ਕਿ ਕਿਸੇ ਇਸ ਨੂੰ ਲੈਣਾ ਹੈ ਤਾਂ ਲੈ ਲਵੇ, ਨਹੀਂ ਤਾਂ ਉਹ ਛੁਰਾ ਖੋਂਪਣ ਵਾਲਾ ਹੈ। ਜੇ ਕੋਈ ਆਵਾਜ਼ ਨਾ ਆਉਂਦੀ ਤਾਂ ਛੁਰਾ ਖੋਪ ਕੇ ਕਤਲ ਕਰ ਦਿੱਤੀ ਜਾਂਦੀ। ਇੱਥੋਂ ਤੱਕ ਕਿ ਬੇਦੀ ਬਾਬੇ ਵੀ ਇਸੇ ਰੋਗ ਦੇ ਸ਼ਿਕਾਰ ਸਨ। ਉਹ ਤਾਂ ਜੰਮਦੀ ਕੁੜੀ ਨੂੰ ਪੀੜੀ ਤੇ ਰੱਖ ਕੇ ਦਰਿਆ ਵਿੱਚ ਰੋੜ ਦਿੰਦੇ ਜਾਂ ਖੂਹ ਵਿੱਚ ਵਗਾ ਮਾਰਦੇ। ਸਭ ਤੋਂ ਪਹਿਲਾਂ ਕੁੜੀ ਮਾਰਨ ਨਾਲ ਨਹੀਂ ਵਰਤਣਾ ਅਤੇ ਉਸ ਨੂੰ ਸੰਗਤ ਤੱਕ ਵਿੱਚ ਨਹੀਂ ਬੈਠਣ ਦਾ ਹੁਕਮ ਗੁਰੂ ਹਰਿਕ੍ਰਿਸ਼ਨ ਜੀ ਨੇ ਕੀਤਾ ਸੀ। ਸਭ ਦੁੱਖ ਜੂ ਉਹ ਦੂਰ ਕਰਨ ਆਏ ਸਨ। ਰੋਪੜ ਦਾ ਰਹਿਣ ਵਾਲਾ ਸ਼ਾਹੂਕਾਰ ਰਾਜਾ ਰਾਮ ਵੀ
ਇੱਕ ਅਜਿਹਾ ਹੀ ਵਿਅਕਤੀ ਸੀ ਜੋ ਜੰਮਦਿਆਂ ਹੀ ਕੁੜੀਆਂ ਨੂੰ ਮਾਰ ਦਿੰਦਾ ਸੀ। ਜਦ ਉਹ ਭਟਾਵਾਂ ਲੈ ਕੇ ਕੀਰਤਪੁਰ ਦਰਸ਼ਨਾਂ ਨੂੰ ਆਇਆ ਅਤੇ ਅਜੇ ਸੰਗਤ ਵਿੱਚ ਕਦਮ ਰੱਖਿਆ ਹੀ ਸੀ ਕਿ ਮਹਾਰਾਜ ਨੇ ਚੌਬਦਾਰ ਨੂੰ ਹੁਕਮ ਦਿੱਤਾ ਕਿ ਇਸ ਕੁੜੀ ਮਾਰ ਨੂੰ ਸੰਗਤ ਵਿੱਚ ਨਾ ਬੈਠਣ ਦਿੱਤਾ ਜਾਵੇ। ਚੌਬਦਾਰ ਨੇ ਹੁਕਮ ਸੁਣਾਇਆ ਤਾਂ ਰਾਜਾ ਰਾਮ ਡੰਡੌਤ ਕਰ ਉੱਥੇ ਹੀ ਲੇਟ ਗਿਆ। ਉਸ ਖਿਵਾ ਮੰਗੀ ਅਤੇ ਅੱਗੋਂ ਐਸਾ ਕੁਕਰਮ ਨਾ ਕਰਨ ਦਾ ਪ੍ਰਣ ਕੀਤਾ। ਮਹਾਰਾਜ ਨੇ ਫਰਮਾਇਆ, ਜਿਸ ਨੇ ਜੀਵਨ ਦੀ ਕਦਰ ਨਹੀਂ ਜਾਣੀ ਉਸ ਨੂੰ ਗੁਰੂ ਦਰਬਾਰ ਦੀ ਹਾਜ਼ਰੀ ਭਰਨ ਦੀ ਆਗਿਆ ਨਹੀਂ, ਅਤੇ ਸੰਗਤਾਂ ਪ੍ਰਤੀ ਹੁਕਮ ਕੀਤਾ ਕਿ ਕੁੜੀ ਮਾਰ ਨਾਲ ਨਹੀਂ ਵਰਤਣਾ। ਰਹਿਤ ਮਰਿਆਦਾ ਵਿੱਚ ਪਿੱਛੋਂ ਤਨਖਾਹੀਏ ਇਹ ਹਨ। ਇਹ ਅੰਕਿਤ ਕਰ ਦਿੱਤਾ ਗਿਆ ਕਿ ਕੁੜੀ ਮਾਰ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ। ਵਰਤਨ ਤੋਂ ਭਾਵ ਰੋਟੀ ਬੇਟੀ ਦੀ ਸਾਂਝ ਹੈ, ਜਿਸ ਦਾ ਸਪਸ਼ਟ ਅਰਥ ਹੈ ਕਿ ਰਿਸ਼ਤਾ ਨਾਤਾ ਕਰਕੇ ਕੋਈ ਸਾਕ ਸੰਬੰਧ ਵੀ ਨਹੀਂ ਰੱਖਣਾ। ਜਨਮ ਸਾਖੀ ਵਿੱਚ ਇਸ ਗੱਲ ਦਾ ਸੰਕੇਤ ਹੈ ਕਿ ਗੁਰੂ ਨਾਨਕ ਜੀ ਪਾਸੋਂ ਜਦ ਭਾਈ ਮਰਦਾਨਾ ਨੇ ਉਚੇਚਾ ਉਪਦੇਸ਼ ਮੰਗਿਆ ਸੀ ਤਾਂ ਆਪ ਜੀ ਨੇ ਫਰਮਾਇਆ ਸੀ, ਮਰਦਾਨਿਆਂ ਤੀਨ ਬਾਤ ਕਰੀ, ਏਕ ਕੇਸ ਨਹੀਂ ਕਟਾਉਣੇ, ਦੂਸਰੇ ਅੰਮ੍ਰਿਤ ਵੇਲਾ ਨਹੀਂ ਖੰਜਾਉਣਾ ਅਤੇ ਤੀਸਰੇ ਆਏ ਸਾਧੂ ਸੰਤ ਅਤਿਥੀ ਦੀ ਪ੍ਰੇਮ ਨਾਲ ਸੇਵਾ ਕਰਨੀ। ਸੋ ਕੇਸ ਪਾਵਨ ਹਨ ਅਤੇ ਇਹਨਾਂ ਦੀ ਬੇਅਦਬੀ ਨਹੀਂ ਕਰਨੀ ਦੇ ਹੁਕਮ ਗੁਰੂ ਨਾਨਕ ਜੀ ਤੋਂ ਹੀ ਹੋ ਰਹੇ ਸਨ। ਗੁਰੂ ਹਰ ਰਾਏ ਜੀ ਵੱਲੋਂ ਭਾਈ ਹਕੀਕਤ ਰਾਏ ਜੀ ਦੇ ਦਾਦਾ ਲਾਲਾ ਨੰਦ ਲਾਲਪੁਰੀ ਗਲੋਟੀਆ ਖੁਰਦ ਨੂੰ ਕੀਤੇ ਹੁਕਮਾਂ ਵਿੱਚੋਂ ਮੁੱਖ ਇਹ ਸਨ। ਟੋਪੀ ਨਹੀਂ ਪਹਿਨਣੀ, ਕੇਸ ਨਹੀਂ ਕਟਾਉਣੇ ਅਤੇ ਤੰਬਾਕੂ ਨਹੀਂ ਸੇਵਣਾ। ਕੇਸ ਨਿਰਾ ਖੂਬਸੂਰਤੀ ਦਾ ਅੰਤਿਮ ਚਿੰਨ੍ਹ ਹੀ ਨਹੀਂ, ਸਗੋਂ ਆਤਮਿਕ ਮੰਡਲ ਦਾ ਰਸ ਮਾਣਨ ਲਈ ਅਟੁੱਟ ਅੰਗ ਹਨ। ਜੇ ਸੀਅਰ ਰੌਲਟ ਨੇ ਡਿਕਸ਼ਨਰੀ ਆਫ ਸਿੰਬਲ ਵਿੱਚ ਲਿਖਿਆ ਹੈ ਕਿ ਕੇਸ ਇਹ ਪੱਖ ਦਰਸਾਉਂਦੇ ਹਨ ਕਿ ਕੇਸਾਂ ਦਾ ਧਾਰਨੀ ਕਦੇ ਹਾਰੇਗਾ ਨਹੀਂ। ਕੇਸ ਆਤਮਿਕ ਸ਼ਕਤੀ ਅਤੇ ਆਤਮਿਕ ਵਿਕਾਸ ਦੇ ਵੀ ਲਖਾਇਕ ਹਨ। ਕੇਸਾਂ ਦਾ ਨਾ ਹੋਣਾ ਅਸਫਲਤਾ ਅਤੇ ਦਲਿੱਦਰਤਾ ਦੀ ਨਿਸ਼ਾਨੀ ਹੈ। ਗੁਰੂ ਹਰਿਕ੍ਰਿਸ਼ਨ ਜੀ ਨੇ ਕੇਸ ਰੱਖਣ, ਕੇਸਾਂ ਦਾ ਅਦਬ ਕਰਨ ਅਤੇ ਨਾ ਕਟਾਉਣ ਦੇ ਉਚੇਚੇ ਹੁਕਮ ਕੀਤੇ। ਸਾਖੀ ਹੈ ਕਿ ਆਪ ਜੀ ਪਾਸ ਇੱਕ ਜੋਧੇ ਨਈਆ ਸ਼ਸਤਰ ਨੇ ਬੇਨਤੀ ਕੀਤੀ ਕਿ ਉਹ ਮਾਨਸਿਕ ਰੋਗਾਂ ਨਾਲ ਪੀੜਤ ਹੈ ਅਤੇ ਸ਼ਖਸੀਅਤ ਖੰਡਿਤ ਰਹਿੰਦੀ ਹੈ। ਐਸਾ ਉਪਦੇਸ਼ ਬਖਸ਼ੋ ਕਿ ਇਕਾਗਰਤਾ ਮਿਲੇ ਅਤੇ ਮਨ ਹੋਰ ਥਾਵਾਂ ਤੇ ਨਾ ਭਟਕੇ। ਗੁਰੂ ਹਰਿਕ੍ਰਿਸ਼ਨ ਜੀ ਨੇ ਫਰਮਾਇਆ ਕਿ ਕੇਸਾਧਾਰੀ ਹੋ ਕੇ ਨਾਮ ਜਪੋ ਅਤੇ ਸਿਮਰਨ ਕਰੋ, ਦੁੱਖਾਂ ਦਾ ਡੇਰਾ ਟੁੱਟ ਜਾਏਗਾ। ਉਸ ਪ੍ਰਣ ਕੀਤਾ ਕਿ ਅੱਗੋਂ ਕੇਸਾਂ ਦੀ ਬੇਅਦਬੀ ਨਹੀਂ ਕਰੇਗਾ। ਨਈਆ ਸ਼ਸਤਰ ਉੱਗਾ ਜੋਧਾ ਹੋਇਆ ਜਿਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੱਕ ਸੇਵਾ ਕੀਤੀ। ਸੁੱਖ ਦੁੱਖ ਜਾਏ ਦਾ ਭਾਵ ਇਹ ਹੈ ਕਿ 8ਵੇਂ ਪਾਤਸ਼ਾਹ ਨੇ ਸਾਡੇ ਸਾਰੇ ਹੀ ਆਤਮਿਕ, ਮਾਨਸਿਕ, ਸਰੀਰਕ ਅਤੇ ਸੰਸਾਰਿਕ ਰੋਗ ਦੂਰ ਕੀਤੇ। ਜਗਤ ਝੂਠ ਤੰਬਾਕੂ ਨਾ ਸੇਵ ਦਾ ਪਹਿਲਾ ਹੁਕਮ ਗੁਰੂ ਹਰਿਕ੍ਰਿਸ਼ਨ ਜੀ ਨੇ ਹੀ ਦਿੱਤਾ ਸੀ। ਤੰਬਾਕੂ ਦਾ ਨਸ਼ਾ ਹਿੰਦੁਸਤਾਨ ਵਿੱਚ ਨਵਾਂ ਆਇਆ ਸੀ ਅਤੇ ਸਸਤਾ ਹੋਣ ਕਾਰਨ ਲੋਕੀ ਖਿੱਚੀ ਚਲੇ ਜਾ ਰਹੇ ਸਨ। ਹਿੰਦੁਸਤਾਨ ਜੋ ਉਸ ਸਮੇਂ ਹੀ ਗੁਰੂ ਸਾਹਿਬਾਨ ਦਾ ਹੁਕਮ ਜਗਤ ਝੂਠ ਤੰਬਾਕੂ ਨਾ ਸੇਵ ਅਪਣਾ ਲੈਂਦਾ ਤਾਂ ਇਤਨਾ ਖੁਆਰ ਨਾ ਹੁੰਦਾ। ਤੰਬਾਕੂ ਦੀ ਬੂਟੀ ਸਪੇਨ ਰਾਹੀਂ ਹਿੰਦੁਸਤਾਨ ਆਈ ਅਤੇ ਬਿਜਾਈ ਵੀ ਆਰੰਭ ਹੋ ਗਈ। ਕਿਤਨਾ ਮਾਰੂ ਅਸਰ ਹੈ ਇਸ ਤੰਬਾਕੂ ਦਾ ਕਿ ਸੇਵਣ ਵਾਲਾ ਸਰਬ ਰੋਗੀ ਹੋ ਜਾਂਦਾ ਹੈ। ਦਮਾ ਅਤੇ ਬਦਹਜ਼ਮੀ ਦਾ ਮੁੱਢ ਵੀ ਇਹ ਹੀ ਬਣਦਾ ਹੈ। ਲਿੱਸੇ ਨੂੰ ਹੋਰ ਲਿੱਸਾ ਅਤੇ ਮੋਟੇ ਨੂੰ ਹੋਰ ਮੋਟਾ ਕਰ ਦਿੰਦਾ ਹੈ। ਦਿਲ ਦੇ ਰੋਗ, ਅੰਦਰਲੀ ਰਬੈਲੀ, ਝਿੱਲੀ ਦੇ ਰੋਗ ਉਤਪੰਨ ਹੁੰਦੇ ਹਨ। ਸਭ ਤੋਂ ਵੱਡੀ ਗੱਲ ਇਸ ਦੇ ਸੇਵਨ ਨਾਲ ਰੋਗਾਂ ਤੋਂ ਅਰੋਗ ਹੋਣ ਦੀ ਸੰਭਾਵਨਾ ਵੀ ਕਠਿਨ ਹੋ ਜਾਂਦੀ ਹੈ। ਡਾਕਟਰ ਲੂਥਰ ਐਲ ਟੈਰੀ, ਸਰਜਨ ਜਨਰਲ ਪਬਲਿਕ ਹੈਲਥ ਸਰਵਿਸ, ਅਮਰੀਕਾ ਨੇ ਸਪਸ਼ਟ ਲਿਖਿਆ ਹੈ, ਹੁਣ ਨਾ ਕੋਈ ਦੋ ਰਾਵਾਂ ਹਨ ਤੇ ਨਾ ਦੁਵਿਧਾ। ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਰਿਹਾ। ਤੰਬਾਕੂ ਨੋਸ਼ੀ ਦਾ ਸਿੱਧਾ ਹਮਲਾ ਸਿਹਤ ਤੇ ਹੁੰਦਾ ਹੈ। ਇਸ ਅਜਦਹਾ ਦਾ ਸਿਰ ਕੁਚਲਣ ਲਈ ਲੱਕ ਬੰਨ੍ਹ ਲੈਣਾ ਚਾਹੀਦਾ ਹੈ। ਹੋਰ ਵੱਡੀ ਗੱਲ ਵਾਹਿਗੁਰੂ ਦੇ ਦਰੋਂ 100 ਦਰ ਤੋਂ ਇਹ ਤੰਬਾਕੂ ਅਤੇ ਉਸ ਦਾ ਧੂੰਆਂ ਹੀ ਹੈ ਜੋ ਵਿਛੋੜਦਾ ਹੈ। ਸਰੀਰ ਤਾਂ ਸਰੀਰ, ਆਤਮਾ ਵੀ ਇਸ ਦੇ ਸੇਵਨ ਨਾਲ ਰੋਗੀ ਹੋ ਜਾਂਦੀ ਹੈ। ਜੰਜੀਆ ਨਾਂ ਦਾ ਇੱਕ ਪੁਰਖ ਜੋ ਆਪਣੀ ਧਰਮ ਜੁਗਤ ਕਰਕੇ ਜੰਜੀਆ ਜੁਗਤ ਦੇ ਨਾਂ ਨਾਲ ਪ੍ਰਸਿੱਧ ਸੀ, ਪਰ ਤੰਬਾਕੂ ਸੇਵਨ ਦੀ ਭੈੜੀਵਾਦੀ ਦਾ ਸ਼ਿਕਾਰ ਹੋ ਗਿਆ ਸੀ। ਉਹ ਗੁਰੂ ਦਰਬਾਰ ਵਿੱਚ ਕੀਰਤਪੁਰ ਹਾਜ਼ਰ ਹੋਇਆ ਅਤੇ ਬੇਨਤੀ ਕੀਤੀ ਕਿ ਉਹ ਧਰਮ ਕਰਮ ਦਾ ਪੂਰਾ ਪ੍ਰੇਮੀ ਹੈ, ਪਰ ਆਤਮਿਕ ਟਿੱਕਾ ਨੂੰ ਪ੍ਰਾਪਤ ਨਹੀਂ ਹੋਇਆ। ਤਾਂ ਗੁਰੂ ਹਰਿਕ੍ਰਿਸ਼ਨ ਜੀ ਨੇ ਫਰਮਾਇਆ, ਜਦ ਤੱਕ ਤੰਬਾਕੂ ਦਾ ਸੇਵਨ ਦੀ ਭੈੜੀ ਇਲਤ ਤੋਂ ਛੁਟਕਾਰਾ ਨਹੀਂ ਪਾਉਂਦਾ, ਇਹ ਆਤਮਿਕ ਸ਼ਾਂਤੀ ਨਹੀਂ ਮਿਲ ਸਕੇਗੀ। ਉਸ ਨੂੰ ਐਸੀ ਲੱਜਾ ਆਈ ਕਿ ਪ੍ਰਣ ਕੀਤਾ ਕਿ ਅੱਗੇ ਤੋਂ ਜਗਤ ਝੂਠ ਦਾ ਸੇਵਨ ਨਹੀਂ ਕਰੇਗਾ। ਉਸ ਨੇ ਆਪ ਵੀ ਤੰਬਾਕੂ ਪੀਣਾ ਛੱਡਿਆ ਅਤੇ ਹੋਰਨਾਂ ਨੂੰ ਵੀ ਪ੍ਰੇਰ ਕੇ ਛੁਡਾਉਂਦਾ ਰਿਹਾ। ਭਾਈ ਫਕੀਰੀਆ, ਭੋਲਾ, ਭੀਮਾ ਅਤੇ
ਸੰਗਤਾਂ ਇਹ ਚਾਰੋਂ ਇੱਕ ਤਾਰਾ, ਖੜਤਾਲ ਅਤੇ ਘੁੰਗਰੂ ਪਾ ਕੇ ਗੀਤ ਗਾਉਂਦੇ ਫਿਰਦੇ ਅਤੇ ਦਰ-ਦਰ ਭਿੱਖਿਆ ਮੰਗ ਉਦਾਰ ਪੂਰਨਾ ਕਰਦੇ ਸਨ। ਉਹਨਾਂ ਇਹ ਹੀ ਧਰਮ ਸਮਝ ਲਿਆ ਸੀ ਅਤੇ ਆਪਣੇ ਹਾਲ ਮਸਤ ਸਨ। ਗੁਰੂ ਸ਼ੋਭਾ ਸੁਣ ਕੇ ਕੀਰਤਪੁਰ ਆਏ ਅਤੇ ਉੱਥੇ ਵੀ ਗਾ ਨੱਚ ਗੁਰੂ ਉਪਮਾ ਕਰਦੇ। ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜਦ ਆਏ ਤਾਂ ਉਹਨਾਂ ਜੀਵਨ ਅਜਾਈ ਨਾ ਗਵਾਉਣ ਦੇ ਬਚਨ ਕੀਤੇ ਅਤੇ ਫਿਰ ਸਿੱਖ ਮਤ ਦ੍ਰਿੜਾਇਆ ਕਿ ਗੁਰੂ ਨਾਨਕ ਜੀ ਫਰਮਾ ਗਏ ਸਨ ਕਿ ਬਗੈਰ ਆਤਮ ਗਿਆਨ ਦੇ ਗੀਤ ਗਾਈ ਚਲੇ ਜਾਣਾ, ਹੱਥੀਂ ਕੁਛ ਕਿਰਤ ਨਾ ਕਰਨੀ ਅਤੇ ਕੰਨ ਪੜਵਾ ਕੇ ਦਰ ਮੰਗਦੇ ਫਿਰਨਾ ਅਤੇ ਰੋਟੀ ਕਾਰਨ ਹੀ ਘਰ ਨੂੰ ਮਸੀਤ ਜਾਂ ਮੰਦਰ ਬਣਾ ਲੈਣਾ ਕਿ ਚੜਾਵਾ ਆਵੇ, ਐਸੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਨੇੜੇ ਹੀ ਨਹੀਂ ਜਾਣਾ ਚਾਹੀਦਾ। ਉਸ ਦੇ ਰਾਹ ਦੀ ਪਛਾਣ ਉਹ ਹੀ ਕਰ ਸਕਦਾ ਹੈ ਜਿਸ ਕਿਰਤ ਕੀਤੀ, ਘਾਲ ਕਮਾਈ ਕੀਤੀ ਅਤੇ ਫਿਰ ਹੱਥੋਂ ਦਿੱਤਾ। ਟੁੱਕਰ ਬਟੋਰ ਹੋਣਾ ਸਿੱਖ ਘਰ ਕਦੇ ਪ੍ਰਵਾਨ ਨਹੀਂ। 8ਵੇਂ ਪਾਤਸ਼ਾਹ ਦੇ ਵਾਕ ਐਸੇ ਹਿਰਦੇ ਚੁਭੇ ਕਿ ਦਰ ਭਟਕ ਭਿੱਖਿਆ ਮੰਗ ਖਾਣ ਦੀ ਰੁਚੀ ਮੁੱਕ ਗਈ ਅਤੇ ਕਿਰਤਕਾਰ ਹਰ ਆਏ ਗਏ ਦੀ ਸੇਵਾ ਦਿਲ ਲਗਾ ਕੇ ਕਰਦੇ ਰਹਿੰਦੇ। ਭਾਈ ਬਲੂ ਜੀ ਦੀ ਅੰਮ੍ਰਿਤਸਰ ਸ਼ਹਾਦਤ ਹੋਣ ਪਿੱਛੋਂ ਉਹਨਾਂ ਦੇ ਬੇਟੇ ਭਾਈ ਮਾਈ ਦਾਸ ਆਪਣੇ ਪਿੰਡ ਅਲੀਪੁਰ ਜਾ ਟਿਕੇ ਸਨ। ਜਦ ਸ਼ਾਹਜਹਾਂ ਮੁਜ਼ੱਫਰਗੜ੍ਹ ਤੋਂ ਹੁੰਦਾ ਕਸ਼ਮੀਰ ਆ ਗਿਆ ਸੀ ਤਾਂ ਆਪ ਜੀ ਸ਼ਾਹਜਹਾਂ ਨੂੰ ਮਿਲੇ ਸਨ ਅਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੀ ਅਜ਼ਮਤ ਤੋਂ ਜਾਣੂ ਕਰਵਾਇਆ ਸੀ। ਭੱਟ ਵਹੀ ਕਰ ਸਿੰਧੂ ਵਿੱਚ ਸ਼ਾਹਜਹਾਨ ਮੇਲਣੀ ਦਾ ਜ਼ਿਕਰ ਭਾਵੇਂ ਸੰਕੇਤ ਮਾਤਰ ਹੈ ਪਰ ਦੱਸਦਾ ਹੈ ਕਿ ਉਹ ਕਿਤਨੇ ਹਠੀਲੇ ਅਤੇ ਜੁਰਅਤ ਵਾਲੇ ਵਿਅਕਤੀ ਸਨ। ਭੱਟ ਵਹੀ ਦੇ ਸ਼ਬਦ ਹਨ, ਮਾਈ ਦਾਸ ਸ਼ਾਹਜਹਾਨ ਕੋ ਮਿਲਿਆ, ਵੇਖੋ ਹਿੰਦੂ ਮੁਸਲਮਾਨ, ਮਾਈ ਦਾਸ ਤੇਰੇ ਤੰਬੂ ਗੈਣ, ਮਹਿ ਝੁਲੇ ਡਿਉਢੀ ਬਾਹਰ ਖੜੇ ਦਰਬਾਨ। ਭਾਈ ਮਣੀ ਸਿੰਘ ਜੀ ਦਾ ਜਨਮ ਇਹਨਾਂ ਦੇ ਹੀ ਘਰ 10 ਮਾਰਚ 1644 ਨੂੰ ਹੋਇਆ ਸੀ। ਭਾਈ ਦਿਆਲਾ ਆਪ ਜੀ ਦੇ ਸਕੇ ਭਰਾ ਸਨ। ਪਹਿਲੀ ਵਾਰੀ ਭਾਈ ਮਣੀ ਸਿੰਘ ਜੀ ਗੁਰੂ ਹਰਰਾਏ ਜੀ ਦੇ ਦਰਸ਼ਨਾਂ ਨੂੰ 13 ਸਾਲ ਦੀ ਉਮਰ ਵਿੱਚ ਕੀਰਤਪੁਰ ਆਏ ਸਨ। ਸ਼ਹੀਦ ਬਿਲਾਸ ਦੇ ਸੰਪਾਦਕ ਗਿਆਨੀ ਗਰਜਾ ਸਿੰਘ ਦਾ ਕਹਿਣਾ ਹੈ ਕਿ 7ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾ ਜਾਣ ਬਾਅਦ ਆਪ ਜੀ 8ਵੇਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹੇ। ਭਾਈ ਸੇਵਾ ਸਿੰਘ ਜੀ ਦੇ ਕਥਨ ਅਨੁਸਾਰ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਦਿੱਲੀ ਜਾਣ ਵਾਲੇ ਸਿੱਖਾਂ ਵਿੱਚ ਆਪ ਸ਼ਾਮਿਲ ਸਨ। ਇਹਨਾਂ ਨਾਲ ਹੀ ਭਾਈ ਦਿਆਲਾ ਜੀ ਵੀ ਆਏ। ਇਹ ਦੋਵੇਂ ਭਰਾ ਲੰਗਰ ਦੀ ਸੇਵਾ ਕਰਦੇ, ਬਾਣੀ ਪੜ੍ਹਦੇ, ਪੋਥੀਆਂ ਲਿਖ ਵੰਡਦੇ, ਕਵਿਤਾ ਰਚਦੇ। ਉਤਸ਼ਾਹ ਦਾ ਕੋਈ ਥਾਂ ਹੀ ਨਹੀਂ ਸੀ। ਸ਼ਹੀਦ ਬਿਲਾਸ ਦੇ ਸ਼ਬਦਾਂ ਵਿੱਚ ਲਿਖੇ ਲਿਖਾਏ ਪੋਥੀਆਂ ਮਨ ਮਹਿ ਬਹੁ ਉਤਸ਼ਾਹੀ। ਭਾਈ ਦਿਆਲਾ ਜੀ ਨੇ ਤਾਂ ਪਿੱਛੋਂ ਗੁਰੂ ਤੇਗ ਬਹਾਦਰ ਜੀ ਦੀ ਇਤਨੀ ਨੇੜਤਾ ਹਾਸਲ ਕਰ ਲਈ ਸੀ ਕਿ ਕਈ ਹੁਕਮਨਾਮੇ ਹੀ ਉਹਨਾਂ ਦੇ ਨਾਮ ਹਨ ਅਤੇ ਗੁਰੂ ਤੇਗ ਬਹਾਦਰ ਜੀ ਸਦਾ ਭਾਈ ਕਰਕੇ ਲਿਖਦੇ। 9ਵੇਂ ਪਾਤਸ਼ਾਹ ਕਿਤਨਾ ਪਿਆਰ ਕਰਦੇ ਸਨ ਉਸ ਦੀ ਉਦਾਹਰਣ ਇੱਕ ਹੁਕਮਨਾਮਾ ਹੈ ਜਿਸ ਵਿੱਚ ਹੱਥੀਂ ਲਿਖਿਆ, ਹਮ ਤੁਮਾਰਾ ਬੈਠੇ ਰਾਹ ਦੇਖਦੇ ਹਾਂ ਬਹੁਤ ਸ਼ੈਤਾਬ ਆਵਣਾ। ਇੱਕ ਹੋਰ ਹੁਕਮਨਾਮੇ ਵਿੱਚ ਲਿਖਿਆ ਸੀ, ਜੋ ਭਾਈ ਦਿਆਲ ਦਾਸ ਕਹੇ ਸੰਗਤ ਗੁਰੂ ਕਾ ਹੁਕਮ ਕਰ ਮੰਨਣਾ। ਇਤਨੀ ਦ੍ਰਿੜਤਾ ਜੋ ਇਹਨਾਂ ਭਰਾਵਾਂ ਪਾਈ ਇਹ ਗੁਰੂ ਉਪਦੇਸ਼ਾਂ ਸਦਕਾ ਹੀ ਸੀ। ਦਿੱਲੀ ਜਾਣ ਵਾਲਿਆਂ ਵਿੱਚ ਇੱਕ ਮਸੰਦ ਪੰਜਾਬਾ ਵੀ ਸੀ। ਜਦ ਗੁਰੂ ਹਰਰਾਏ ਜੀ ਦਾ ਹੁਕਮ ਹੋਇਆ ਕਿ ਰਾਮ ਰਾਏ ਨੂੰ ਕੋਈ ਮੱਥੇ ਨਾ ਲਗਾਵੇ ਤਾਂ ਇਸ ਨੇ ਸਾਥ ਨਾ ਛੱਡਿਆ ਤੇ ਪ੍ਰਚਾਰ ਕਰਨ ਲਈ ਇਲਾਕਿਆਂ ਵਿੱਚ ਵੀ ਗਿਆ। ਜਦ ਸੰਗਤਾਂ ਨੇ ਮੁੱਖ ਨਾ ਲਗਾਇਆ ਤਾਂ ਇਸ ਗੁਰੂ ਹਰਕ੍ਰਿਸ਼ਨ ਜੀ ਦੀ ਓਟ ਤੱਕੀ, ਪਿਛਲੇ ਕੀਤੇ ਦੀ ਇਸ ਖਿਮਾ ਮੰਗੀ ਅਤੇ ਅੱਗੋਂ ਸੁੱਚਾ ਵਤੀਰਾ ਅਤੇ ਸਵੱਛ ਵਿਵਹਾਰ ਕਰਨ ਦਾ ਪ੍ਰਣ ਕੀਤਾ। ਗੁਰੂ ਹਰਕ੍ਰਿਸ਼ਨ ਜੀ ਨੇ ਗੁਰੂ ਗੋਲਕ ਨੂੰ ਬਿੱਖ ਸਮਾਨ ਸਦਾ ਜਾਣ ਦਾ ਉਪਦੇਸ਼ ਦਿੱਤਾ। ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਤਾਪ ਇਤਨਾ ਫੈਲ ਗਿਆ ਸੀ ਕਿ ਸੰਗਤਾਂ ਦੀ ਆਵਾਜਾਈ ਵਿੱਚ ਤੋਟ ਨਾ ਪੈਂਦੀ। ਜੋ ਮੁੜਦਾ ਇਹ ਹੀ ਕਹਿੰਦਾ ਕਿ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਨੇ, ਅੰਬ ਕੀ ਮੋਹੇ ਕਾਮਨਾ ਪੂਰੀ। ਕਈ ਇਹ ਕਹਿੰਦੇ ਜਾਂਦੇ ਕਿ ਸਾਡੇ ਸਾਰੇ ਵਿਘਨ ਇੱਕ ਨਜ਼ਰ ਨਾਲ ਹੀ ਦੂਰ ਕਰ ਦਿੱਤੇ ਨੇ, ਕਰੇ ਵਿਖਾਣ ਗਨ ਦੂਰੀ। ਕੋਈ ਪੁੱਤਰ ਦੀ ਦਾਤ ਮੰਗਦਾ ਅਤੇ ਕੋਈ ਦਲਿੱਦਰ ਦੂਰ ਕਰਨ ਦੀ ਅਰਦਾਸ ਕਰਦਾ। ਮਮ ਧਨ ਧਾਮ ਭਰੀਜੇ। ਕੋਈ ਰੋਗੀ ਕਸ਼ਟਾਂ ਦੇ ਮਾਰੇ ਪੈਂਡੇ ਝਾਗ ਆਉਂਦੇ ਅਤੇ ਤਨ ਕੇ ਕਸ਼ਟ ਬਿਦਾਰੋ ਦੀ ਬੇਨਤੀ ਕਰਦੇ ਅਤੇ ਨਰੋਏ ਹੋ ਮੁੜਦੇ। ਕੋਈ ਵੈਰੀਆਂ ਦੇ ਵਾਰ ਤੋਂ ਬਚਣ ਦੀ ਬੇਨਤੀ ਕਰਦੇ ਅਤੇ ਸ਼ਤਰਗਨ ਨਿਵਾਰੋ। ਕਈ ਜਗਿਆਸੂ ਕਹਿੰਦੇ ਕਿ ਜੀਵਨ ਰਾਹ ਤੋਂ ਭਟਕ ਖੁੰਝ ਗਏ ਹਾਂ, ਸਤਨਾਮ ਦੀ ਦਾਤ ਬਖਸ਼ੋ। ਸਤਿਆ ਨਾਮ ਕਹੋ ਜਾਂਚਿਤ ਕੋਈ। ਕੋਈ ਕੇਵਲ ਚਰਨਾਂ ਦੀ ਪ੍ਰੀਤੀ ਮੰਗਦਾ, ਕੋਈ ਜਵਾਨੀਆਂ ਭੇਂਟ ਕਰਦੇ। ਕਿਤਨੇ ਹੀ ਉੱਥੇ ਕਰਤਾਰਪੁਰ ਹੀ ਟਿਕ ਗਏ ਸਨ ਜੋ ਹੁਕਮ ਦੀ ਉਡੀਕ ਕਰਦੇ ਰਹਿੰਦੇ। ਗੁਰੂ ਜੀ ਵੀ ਹਰ ਇੱਕ ਦੀ ਕਾਮਨਾ ਪੂਰੀ ਕਰਦੇ ਅਤੇ ਜਿਨ੍ਹਾਂ ਘਾਲਾਂ ਘਾਲੀਆਂ ਹੁੰਦੀਆਂ ਜਾਂ ਜੀਵਨ ਭਰ ਸਤਨਾਮ ਦਾ ਪ੍ਰਚਾਰ ਕਰਨ ਦਾ ਪ੍ਰਣ ਕੀਤਾ ਹੁੰਦਾ ਉਹਨਾਂ ਨੂੰ ਆਪਣੇ ਹੱਥੀਂ ਸਰੋਪਿਓ ਦਿੰਦੇ।
ਜਥਾ ਜੋਗ ਦੀਨੋ ਸਿਰ ਪਾਏ ਦਾ ਜ਼ਿਕਰ ਸੂਰਜ ਪ੍ਰਕਾਸ਼ ਨੇ ਵੀ ਕੀਤਾ ਹੈ। ਗੱਲ ਕੀ ਕਿਰਤਪੁਰ ਵਿਖੇ ਸਭ ਦੀ ਇੱਛਾ ਆਪਣੀ ਦ੍ਰਿਸ਼ਟ ਕਰਕੇ ਹੀ ਪੂਰੀ ਕਰ ਦਿੰਦੇ। ਸ਼੍ਰੀ ਹਰਿਕ੍ਰਿਸ਼ਨ ਕਿਰਪਾ ਜਤ ਦੇਖ। ਭਾਗ 6ਵਾਂ। ਕਿਰਤਪੁਰ ਤੋਂ ਦਿੱਲੀ। ਇੰਜ ਪ੍ਰਤੀਤ ਹੁੰਦਾ ਕਿ ਆਰੰਭ ਵਿੱਚ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਪ੍ਰਤੀ ਨੀਤੀ ਚੁੱਪਦੀ ਹੀ ਰੱਖੀ। ਗੁਰੂ ਇਤਿਹਾਸ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਉਹ ਸਗੋਂ ਰਾਮ ਰਾਏ ਨੂੰ ਕਹਿੰਦਾ ਸੀ ਕਿ ਮੈਂ ਕਿਸ ਕਾਰਨ ਉਹਨਾਂ ਨੂੰ ਬੁਲਾਵਾਂ। ਜਿਸ ਦਰਿਆ ਵਿੱਚੋਂ ਤੈਨੂੰ ਇੱਕ ਨਹਿਰ ਲੱਭੀ ਹੈ, ਉਹ ਦਰਿਆ ਸਾਰਾ ਹੀ ਵੱਡੇ ਗੁਰੂ ਉਸ ਨੂੰ ਬਖਸ਼ ਗਏ ਸਨ। ਰਾਮ ਰਾਏ ਜੀ ਮਿਲੀ ਜਗੀਰ ਵਿੱਚ ਆਪਣਾ ਡੇਰਾ ਉਸਾਰਨ ਦੇਹਰਾਦੂਨ ਚਲੇ ਗਏ। ਔਰੰਗਜ਼ੇਬ ਵੀ ਰਾਜ ਸਾਜ ਦੇ ਕਾਰਜਾਂ ਵਿੱਚ ਰੁੱਝ ਗਿਆ। ਪਹਿਲਾਂ ਉਸ ਦਾ ਧਿਆਨ ਦਿੱਲੀ ਆਗਰੇ ਦੀਆਂ ਘਟਨਾਵਾਂ ਨੇ ਖਿੱਚੀ ਰੱਖਿਆ। ਲਾਹੌਰ ਦੇ ਸੂਬੇ ਖਲੀਲ ਉੱਲਾ ਖਾਂ ਦੀ ਮੌਤ ਉਪਰੰਤ ਉਸ ਨੇ ਮਹਿਤਮਤ ਖਾਨ ਨੂੰ ਲਾਹੌਰ ਦਾ ਗਵਰਨਰ ਨਿਯਤ ਕੀਤਾ। ਔਰੰਗਜ਼ੇਬ 1662 ਦੇ ਮੱਧ ਵਿੱਚ ਬਹੁਤ ਢਿੱਲਾ ਹੋ ਗਿਆ। ਸ਼ਾਹੀ ਹਕੀਮਾਂ ਮਹਿਦੀ ਅਤੇ ਮੁਹੰਮਦ ਅਮੀਨ ਨੇ ਇਲਾਜ ਕੀਤਾ, ਪਰ ਜਦ ਸੁਰਤ ਸੰਭਲੀ ਤਾਂ ਉਹਨਾਂ ਆਰਾਮ ਲਈ ਕਸ਼ਮੀਰ ਜਾਣ ਦੀ ਸਲਾਹ ਦਿੱਤੀ। 18 ਦਸੰਬਰ 1662 ਨੂੰ ਔਰੰਗਜ਼ੇਬ ਲਾਹੌਰ ਲਈ ਦਿੱਲੀ ਤੋਂ ਚੱਲਿਆ। ਰਾਹ ਵਿੱਚ ਕਈ ਪੜਾਅ ਕਰਕੇ 10 ਫਰਵਰੀ 1663 ਨੂੰ ਲਾਹੌਰ ਪੁੱਜਾ। ਉੱਥੇ ਲਾਹੌਰ ਵਿਖੇ 2.5 ਮਹੀਨੇ ਠਹਿਰਨ ਉਪਰੰਤ 3 ਮਈ 1663 ਨੂੰ ਕਸ਼ਮੀਰ ਵੱਲ ਚੱਲ ਪਿਆ। ਗੁਜਰਾਤ ਭਿੰਬਰ ਅਤੇ ਰਜੌਰੀ ਤੋਂ ਹੁੰਦਾ ਹੋਇਆ ਉਹ ਸ਼੍ਰੀਨਗਰ 1 ਜੂਨ ਨੂੰ ਪੁੱਜਾ। ਰਾਹ ਵਿੱਚ ਪੀਰ ਪੰਜਾਲ ਪਾਰ ਕਰਦਿਆਂ ਇੱਕ ਹਾਥੀ ਦੇ ਡਰ ਜਾਣ ਨਾਲ ਸ਼ਾਹੀ ਲਸ਼ਕਰ ਵਿੱਚ ਅਜਿਹੀ ਭਗਦੜ ਮੱਚੀ ਕਿ ਕਈ ਹਾਥੀ ਅਤੇ ਹਥਨੀਆਂ ਚਿੰਗਾੜਾ ਮਾਰਦੇ ਭੱਜ ਉੱਠੇ ਅਤੇ ਪਹਾੜ ਤੋਂ ਡਿੱਗ ਕੇ ਮੌਤ ਦੇ ਮੂੰਹ ਵਿੱਚ ਜਾ ਪਏ। ਕਿਸੇ ਦੀ ਹੱਡੀ ਤੱਕ ਨਾ ਮਿਲੀ। ਐਸਾ ਔਰੰਗਜ਼ੇਬ ਦਾ ਚਿੱਤ ਪਰੇਸ਼ਾਨ ਹੋਇਆ ਕਿ ਉਸਨੇ ਫਿਰ ਕਦੇ ਕਸ਼ਮੀਰ ਵੱਲ ਮੂੰਹ ਨਾ ਕਰਨ ਦਾ ਨਿਰਣਾ ਲਿਆ। ਉਸ ਨਾਲ ਹੀ ਫਰਾਂਸੀਸੀ ਸੈਲਾਨੀ ਬਰਨੀਅਰ ਵੀ ਸੀ। ਔਰੰਗਜ਼ੇਬ ਕਸ਼ਮੀਰ ਵਿੱਚ ਹੀ ਸੀ ਕਿ ਖਬਰ ਪੁੱਜੀ ਕਿ ਸ਼ਿਵਾਜੀ ਨੇ ਮੀਰ ਜੁਮਲਾ ਤੇ ਰਾਤੀ ਹਮਲਾ ਕਰਕੇ ਉਸ ਨੂੰ ਘਬਰਾਹਟ ਵਿੱਚ ਪਾਇਆ ਹੈ ਅਤੇ ਉਸਦੇ ਪੁੱਤਰ ਅਬੂ ਉਲ ਫਤਿਹ ਖਾਨ ਨੂੰ ਕਤਲ ਕਰ ਦਿੱਤਾ ਹੈ। ਕਸ਼ਮੀਰ ਜਾਣ ਵੇਲੇ ਰਾਜਾ ਜੈ ਸਿੰਘ ਅਤੇ ਨਜਾਬਤ ਖਾਨ ਔਰੰਗਜ਼ੇਬ ਨਾਲ ਸਨ, ਪਰ ਕਸ਼ਮੀਰ ਦਾ ਪੈਂਡਾ ਬਿਖੜਾ ਹੋਣਾ ਸੁਣ ਰਾਜਾ ਜੈ ਸਿੰਘ ਚਿਨਾਬ ਦੇ ਕਿਨਾਰੇ ਲਸ਼ਕਰ ਸਮੇਤ ਰੁਕਣ ਲਈ ਹੁਕਮ ਦਿੱਤਾ। 3 ਮਹੀਨੇ ਦੇ ਕਰੀਬ ਔਰੰਗਜ਼ੇਬ ਕਸ਼ਮੀਰ ਸੈਰ ਸਪਾਟਾ ਕਰਦਾ ਰਿਹਾ। ਉੱਥੋਂ ਮੁਹੱਰਮ ਦੇ ਮਹੀਨੇ ਜੋ ਸਤੰਬਰ ਵਿੱਚ ਪੈਂਦਾ ਸੀ ਵਾਪਸ ਮੁੜਿਆ। ਲਾਹੌਰ ਕੁਝ ਚਿਰ ਰਹਿ ਕੇ ਦਸੰਬਰ ਦੇ ਅੱਧ ਵਿੱਚ ਸੰਨ 1663 ਨੂੰ ਦਿੱਲੀ ਵਾਪਸ ਆਇਆ। ਮੁਆਸਰੇ ਆਲਮਗੀਰੀ ਦੇ ਦਿੱਤੇ ਇਸ ਵੇਰਵੇ ਤੋਂ ਸਪਸ਼ਟ ਹੈ ਕਿ ਔਰੰਗਜ਼ੇਬ ਤਕਰੀਬਨ 1.5 ਸਾਲ ਤੋਂ ਉੱਤੋਂ ਦਿੱਲੀ ਤੋਂ ਜਾਂ ਬਾਹਰ ਰਿਹਾ ਜਾਂ ਢਿੱਲਾ। ਸੋ ਕਿਸੇ ਇਤਿਹਾਸਕਾਰਾਂ ਦਾ ਇਹ ਲਿਖਣਾ ਕਿ ਗੁਰੂ ਹਰਿਕ੍ਰਿਸ਼ਨ ਜੀ ਤਕਰੀਬਨ 1 ਸਾਲ ਦਿੱਲੀ ਰਹੇ ਜੱਚਦਾ ਨਹੀਂ। ਕਸ਼ਮੀਰ ਤੋਂ ਮੁੜਦੇ ਸਾਰ ਉਸ ਆਪਣੀ ਧਾਰਮਿਕ ਨੀਤੀ ਦਾ ਐਲਾਨ ਕਰ ਦਿੱਤਾ। ਆਪਣੀ ਐਲਾਨੀਆ ਨੀਤੀ ਮੁਤਾਬਕ ਉਹ ਹਿੰਦੁਸਤਾਨ ਨੂੰ ਦਾਰੁਲ ਹਰਮ ਤੋਂ ਦਾਰੁਲ ਇਸਲਾਮ ਬਣਾਉਣਾ ਲੋੜਦਾ ਸੀ। ਨਕਸ਼ਬੰਦੀ ਸਿਰ ਚੜ੍ਹ ਗਏ ਸਨ। ਨਕਸ਼ਬੰਦੀਆਂ ਦੇ ਆਗੂ ਜੋ ਪਹਿਲਾਂ ਚਿੱਠੀਆਂ ਲਿਖ ਉਕਸਾਉਂਦੇ ਸਨ, ਹੁਣ ਬਾਦਸ਼ਾਹ ਨਾਲ ਬੈਠ ਨੀਤੀਆਂ ਬਣਾਉਣ ਵਾਲੇ ਹੋ ਗਏ। ਕਸ਼ਮੀਰ ਤੋਂ ਵਾਪਸੀ ਤੇ ਬਾਬਾ ਰਾਮ ਰਾਏ ਦਿੱਲੀ ਆਏ ਅਤੇ ਔਰੰਗਜ਼ੇਬ ਨੂੰ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਜੀ ਦਾ ਜਸ ਚਾਰੋਂ ਪਾਸੇ ਫੈਲ ਰਿਹਾ ਹੈ। ਮੁਸਲਮਾਨ ਫਕੀਰ ਤੱਕ ਉਹਨਾਂ ਦੀ ਪਨਾਹ ਲੈ ਰਹੇ ਹਨ। ਪਹਾੜੀ ਰਾਜੇ ਉਹਨਾਂ ਦੇ ਇਸ਼ਾਰੇ ਤੇ ਟੁਰਦੇ ਹਨ। ਹੁਣ ਉਸ ਦੀ ਰਹਿ ਤਦ ਆਉਂਦੀ ਹੈ ਜਦ ਗੁਰੂ ਜੀ ਨੂੰ ਦਿੱਲੀ ਦਰਬਾਰ ਹਾਜ਼ਰ ਕੀਤਾ ਜਾਏ। ਔਰੰਗਜ਼ੇਬ ਨੇ ਪਹਿਲਾਂ ਫੌਜਕਸ਼ੀ ਦੀ ਗੱਲ ਕਹੀ, ਪਰ ਮਿਰਜ਼ਾ ਰਾਜਾ ਜੈ ਸਿੰਘ ਅਤੇ ਦੀਵਾਨ ਵਿਸ਼ੰਬਰ ਦਾਸ ਅਤੇ ਸ਼ਿਵ ਦਿਆਲ ਨੇ ਸੱਦਾ ਪੱਤਰ ਭੇਜ ਦਿੱਲੀ ਬੁਲਾਉਣ ਦੀ ਸਲਾਹ ਦਿੱਤੀ। ਇਹ ਹੀ ਤੈਅ ਹੋ ਪਾਇਆ ਕਿ ਦੀਵਾਨ ਪਰਸਰਾਮ ਨੂੰ ਚਿੱਠੀਆਂ ਦੇ ਕੇ ਕਿਰਤਪੁਰ ਭੇਜਿਆ ਜਾਵੇ। ਗੁਰਪ੍ਰਣਾਲੀ ਰਾਮ ਸਿੰਘ ਦੇ ਲਿਖੇ ਅਨੁਸਾਰ ਔਰੰਗਜ਼ੇਬ ਨੇ ਆਪਣੀ ਨਿੱਜੀ ਚਿੱਠੀ ਦੇ ਕੇ ਪਰਸਰਾਮ ਨੂੰ ਦੂਤ ਦੇ ਤੌਰ ਤੇ ਕਿਰਤਪੁਰ ਭੇਜਿਆ। ਉਸਦੇ ਸ਼ਬਦ ਸਨ, ਦਿੱਲੀ ਪਤ ਨਿਜ ਦੂਤ ਪਠਾਏ, ਸੋ ਚੱਲ ਸ਼੍ਰੀ ਕਿਰਤਪੁਰ ਆਏ। ਇਸੇ ਗੁਰਪ੍ਰਣਾਲੀ ਅਨੁਸਾਰ ਚਿੱਠੀ ਵਿੱਚ ਲਿਖਿਆ ਸੀ, ਮੋਹੇ ਦਰਸ਼ ਦੇਵੋ ਆਣ ਕੇ, ਕੁਛ ਬਚਨ ਪੂਛਨ ਚਿੱਤ ਹੈ। ਮਹਿਮਾ ਪ੍ਰਕਾਸ਼ ਵਿੱਚ ਸਾਖੀ ਦੂਜੀ ਪਾਤਸ਼ਾਹੀ 8ਵੀਂ ਦੇ ਮੁੱਢ ਵਿੱਚ ਲਿਖਿਆ ਹੈ ਕਿ ਜਦ ਰਾਮ ਰਾਏ ਨੂੰ ਗੁਰਿਆਈ ਨਾ ਮਿਲੀ ਤਬ ਆਲਮਗੀਰ ਬਾਦਸ਼ਾਹ ਜੋ ਰਾਮ ਰਾਜਾ ਜੀ ਦਾ ਪੱਖ ਕਰਤਾ ਥਾ, ਮਨ ਮੋਹ ਬੜਾ ਅਫਸੋਸ किया, जो गुरु जी ने ऐसे आरफ कामल करामाती वाली बेटे को तिलक गुरियाई नहीं दिया। सो सतगुर हरिकृष्ण जी को लिख भेजा, जो हमको आपके दीदार का शौक है। मेहर करे दीदार हम दीजे, आइए दिल्ली सांभ भतीजे। ਪਰਸਰਾਮ ਨੂੰ ਮਿਰਜ਼ਾ ਰਾਜਾ ਜੈ ਸਿੰਘ ਨੇ ਚੰਗੀ ਤਰ੍ਹਾਂ ਸਮਝਾ ਭੇਜਿਆ ਸੀ ਕਿ ਆਦਰ ਨਾਲ ਪਹਿਲਾਂ
ਉਸ ਦੀ ਅਤੇ ਫਿਰ ਔਰੰਗਜ਼ੇਬ ਦੀ ਚਿੱਠੀ ਦੇਣੀ। ਜੇ ਪੁੱਛਣ ਤਾਂ ਕਹਿਣਾ ਕਿ ਆਪ ਜੀ ਦੀ ਹੀ ਰਜਾ ਵਰਤੇਗੀ। ਮਿਲਣ ਦਾ ਚਿੱਤ ਹੋਵੇ ਤਾਂ ਹੀ ਬਾਦਸ਼ਾਹ ਨੂੰ ਮਿਲਣਾ। ਕਿਰਤਪੁਰ ਪੁੱਜ ਕੇ ਪਰਸਰਾਮ ਨੇ ਮੁਖੀਏ ਸਿੱਖਾਂ ਨੂੰ ਪਹੁੰਚਾ ਦਿੱਤੀ। ਮਹਾਰਾਜ ਨੇ ਪਰਸਰਾਮ ਨੂੰ ਪਹਿਲਾਂ ਲੰਗਰ ਵਿਖੇ ਪ੍ਰਸ਼ਾਦ ਪਾਉਣ ਦਾ ਹੁਕਮ ਭੇਜਿਆ। ਉਸ ਨੇ ਭਾਈ ਗੁਰਦਿੱਤਾ ਜੀ ਨੂੰ ਆਉਣ ਦਾ ਮੰਤਵ ਦੱਸਿਆ ਕਿ ਰਾਜਾ ਜੈ ਸਿੰਘ ਦਾ ਭੇਜਿਆ ਆਇਆ ਹਾਂ, ਗੁਰੂ ਜੀ ਦੇ ਦਰਸ਼ਨ ਕਰਨੇ ਹਨ। ਗੁਰੂ ਜੀ ਨੇ ਪਰਸਰਾਮ ਨੂੰ ਸ਼ਾਮ ਦੇ ਲੱਗੇ ਦੀਵਾਨ ਵਿੱਚ ਆਉਣ ਦੀ ਆਗਿਆ ਭੇਜੀ ਤਾਂ ਕਿ ਸਭ ਵਾਰਤਾ ਸਿੱਖਾਂ ਅਤੇ ਸੰਗਤਾਂ ਦੇ ਸਾਹਮਣੇ ਹੋਏ। ਇਹ ਸਭ ਪ੍ਰਗਟਾ ਰਿਹਾ ਸੀ ਕਿ ਗੁਰੂ ਪਾਤਸ਼ਾਹ ਕਿਤਨੇ ਬੇਪਰਵਾਹ ਸਨ। ਲੱਗੇ ਦੀਵਾਨ ਵਿੱਚ ਸੰਗਤਾਂ ਨੂੰ ਸ਼ਾਂਤ ਚਿੱਤ ਬੈਠਿਆਂ ਕੀਰਤਨ ਅਤੇ ਫਿਰ ਵਿਚਾਰਾਂ ਸੁਣਦੇ ਦੇਖ ਉਸ 'ਤੇ ਅਜਿਹਾ ਪ੍ਰਭਾਵ ਪਿਆ ਕਿ ਉਸ ਨੇ ਹੱਥ ਜੋੜ ਮੱਥਾ ਟੇਕਿਆ ਅਤੇ ਪਹਿਲਾਂ ਜੈ ਸਿੰਘ ਦਾ ਖੱਤ ਅਤੇ ਫਿਰ ਔਰੰਗਜ਼ੇਬ ਦੀ ਚਿੱਠੀ ਪੜ੍ਹ ਕੇ ਸੁਣਾਈ, ਜਿਸ ਵਿੱਚ ਉਸ ਨੇ ਦਿੱਲੀ ਆਉਣ ਲਈ ਲਿਖਿਆ ਸੀ। ਗੁਰੂ ਜੀ ਸਾਜ਼ਿਸ਼ ਤਾੜ ਗਏ ਅਤੇ ਦੀਵਾਨ ਦੀ ਸਮਾਪਤੀ ਕਰਕੇ ਉੱਤਰ ਕੱਲ੍ਹ ਦਰਬਾਰ ਵਿੱਚ ਹੀ ਦੇਣ ਦਾ ਹੁਕਮ ਕੀਤਾ। ਸੰਗਤਾਂ ਚਿੰਤਾਤੁਰ ਹੋ ਗਈਆਂ। ਕੁਝ ਕਹਿਣ ਕਿ ਇਹ ਰਾਮ ਰਾਏ ਦਾ ਕਾਰਾ ਹੈ, ਪਰ ਬਹੁਤੇ ਇਹ ਹੀ ਕਹਿਣ ਕਿ ਔਰੰਗਜ਼ੇਬ ਆਪ ਹੀ ਐਸਾ ਹੈ। ਉਸ ਕਿਤਨੇ ਹੀ ਬੇਦੋਸ਼ੇ ਸਾਧ ਸੰਤ ਫਕੀਰ ਫੜ ਕਤਲ ਕੀਤੇ ਹਨ। ਉਸ ਨੂੰ ਕੋਈ ਰੱਬ ਦਾ ਖੌਫ ਨਹੀਂ ਹੈ। ਉਸ ਭਰਾ ਕਤਲ ਕਰਨ ਅਤੇ ਪਿਤਾ ਨੂੰ ਬੰਦੀ ਪਾਉਣ ਵਿੱਚ ਝਿਜਕ ਨਹੀਂ ਕੀਤੀ। ਗੁਰੂ ਹਰਿਕ੍ਰਿਸ਼ਨ ਜੀ ਨੇ ਸਭ ਮੁਖੀ ਸਿੱਖਾਂ ਭਾਈ ਦਰਗਾਹ ਮੱਲ, ਭਾਈ ਦਿਆਲਾ, ਭਾਈ ਮਣੀ ਸਿੰਘ, ਭਾਈ ਗੁਰਦਿੱਤਾ ਜੀ ਅਤੇ ਹੋਰਨਾਂ ਨੂੰ ਪਾਸ ਬੁਲਾ ਕੇ ਪਹਿਲਾਂ ਉਹਨਾਂ ਦੀ ਰਾਏ ਲਈ। ਉਹਨਾਂ ਸਭਨਾਂ ਨੇ ਕਿਹਾ ਕਿ ਦਿੱਲੀ ਜਾਣ ਵਿੱਚ ਕੋਈ ਹਰਜ ਨਹੀਂ ਹੈ। ਜੇ ਨਾ ਗਏ ਤਾਂ ਗਲਤ ਨਤੀਜੇ ਕੱਢੇ ਜਾਣਗੇ। ਆਪ ਜੀ ਨੇ ਕਿਹਾ, ਠੀਕ ਹੈ, ਦਿੱਲੀ ਜਾਣ ਵਿੱਚ ਕੋਈ ਹਰਜ ਨਹੀਂ, ਪਰ ਇਹ ਸਾਫ਼ ਕਹਿ ਦਿਓ ਕਿ ਨਾ ਦੁਸ਼ਟ ਔਰੰਗਜ਼ੇਬ ਪਾਸ ਜਾਵਾਂਗੇ ਅਤੇ ਨਾ ਹੀ ਦਰਸ਼ਨ ਦੇਵਾਂਗੇ। ਜੋ ਗੁਰੂ ਪਿਤਾ ਹਰ ਰਾਏ ਜੀ ਦਾ ਕਹਿਣਾ ਸੀ, ਉਹ ਹੀ ਸਾਡਾ ਆਪਣਾ ਹੈ। ਜਿਵੇਂ ਉਹਨਾਂ ਤੋੜ ਨਿਭਾਇਆ ਤਿਵੇਂ ਹੀ ਅਸੀਂ ਜਾਣ ਖੇਲ ਕੇ ਵੀ ਤੋੜ ਨਿਭਾਵਾਂਗੇ। ਜਿਵੇਂ ਪਰਬਤ ਸੁਮੇਰ ਅਟੱਲ ਹੈ, ਤਿਵੇਂ ਸਾਧ ਬਚਨ ਨਹਿ ਚਲਾਇਆ। ਇਹ ਬਚਨ ਸੁਣ ਕੇ ਸਾਰਿਆਂ 'ਤੇ ਚੁੱਪ ਛਾ ਗਈ। ਇੱਕ ਦੂਜੇ ਨੂੰ ਕਹਿਣ ਲੱਗੇ ਕਿ ਜੇ ਇਹਨਾਂ ਪਿਤਾ ਵਾਲਾ ਨੇਮ ਧਾਰ ਲਿਆ ਹੈ ਤਾਂ ਬਹੁਤ ਹੀ ਵਿਗਾੜ ਪੈਣ ਦੀ ਸੰਭਾਵਨਾ ਹੈ। ਪਿਤਾ ਸਮਾਨ ਨੇਮ ਜੋ ਧਾਰਿਓ ਤੇ ਅਬ ਸੈਬਹੂ ਕਾਜ ਬਿਗਾਰਿਓ। ਕੁਛ ਨੇ ਤਾਂ ਦਲੀਲਾਂ ਵੀ ਦਿੱਤੀਆਂ ਕਿ ਕਿਰਤਪੁਰ ਤੇ ਗੁਰੂ ਘਰ ਦਾ ਭਲਾ ਇਸ ਵਿੱਚ ਹੈ ਕਿ ਦਿੱਲੀ ਨਾਲ ਬਣਾ ਕੇ ਰੱਖੀ ਜਾਏ। ਰਹਿਓ ਸੂਤ ਅਸਿਰਤਾ ਲਿਓ। ਮਹਾਰਾਜ ਨੇ ਸਭ ਦਲੀਲਾਂ ਵਿਚਾਰਾਂ ਸੁਣ ਸਾਫ਼ ਕਹਿ ਦਿੱਤਾ ਸੀ ਕਿ ਉਹ ਤਾਂ ਉਸੇ ਨੇਮ ਨੂੰ ਅੰਤ ਤੱਕ ਨਿਭਾਉਣਗੇ ਜੋ ਗੁਰੂ ਪਿਤਾ ਦਾ ਸੀ। ਆਦ ਪ੍ਰਯੰਤ ਨਿਭਾਇਓ ਨੇਮ, ਤੈਸੋ ਹਮ ਕਰੇ ਹੈ ਸਹਿ ਪ੍ਰੇਮ। ਤਰਾਸ ਅਤੇ ਚਿੰਤਾ ਦੀ ਲੋੜ ਨਹੀਂ। ਗੁਰੂ ਨਾਨਕ ਜੀ ਹਰ ਥਾਂ ਰੱਖਿਆ ਕਰਕੇ ਕਾਰਜ ਸਵਾਰ ਦੇਣਗੇ। ਸ਼੍ਰੀ ਨਾਨਕ ਜੀ ਨੀਕੀ ਕਰ ਹੈ, ਸਕਲ ਰੀਤ ਕੀ ਕਾਜ ਸੁਧਰ ਹੈ। ਸਿੱਖਾਂ ਨੂੰ ਢਾਰਸ ਆਈ ਅਤੇ ਅਗਲੇ ਦਿਨ ਦਰਬਾਰ ਵਿੱਚ ਪਰਸਰਾਮ ਨੂੰ ਬੁਲਾ ਕੇ ਗੁਰੂ ਜੀ ਨੇ ਆਪਣਾ ਨਿਰਣਾ ਸੁਣਾਇਆ ਕਿ ਕਾਮ ਸ਼ਹਿ ਢਿੱਗ ਮਮ ਕਿਛ ਨਾਹੀਂ। ਹਾਂ, ਦਿੱਲੀ ਜਾਣ ਵਿੱਚ ਕੋਈ ਉਜਰ ਨਹੀਂ, ਪਰ ਯਾਦ ਰੱਖਣਾ ਕਿ ਉਹ ਸ਼ਾਹ ਪਾਸ ਕਿਤੇ ਸੁਰਤ ਨਹੀਂ ਜਾਣਗੇ ਅਤੇ ਨਾ ਹੀ ਉਸ ਨੂੰ ਦਰਸ਼ਨ ਦੇਣਗੇ। ਦੀਵਾਨ ਪਰਸਰਾਮ ਨੇ ਮੌਕਾ ਸੰਭਾਲਦੇ ਕਿਹਾ, ਜਿਵੇਂ ਆਪ ਜੀ ਦਾ ਹੁਕਮ ਹੈ ਐਸਾ ਹੀ ਹੋਵੇਗਾ। ਮਿਲਨ ਸ਼ਾਹ ਕੋ ਜੋ ਨਾ ਚਾਹੋ, ਰਾਜਾ ਜੈ ਸਿੰਘ ਦੇ ਬੰਗਲੇ ਹੀ ਰਹਿਣਾ। ਮਹਾਰਾਜ ਨੇ ਫਿਰ ਨਿਰਣਾ ਦੁਹਰਾਇਆ, ਇਸ ਕਰਕੇ ਦਿੱਲੀ ਜਾ ਰਿਹਾ ਹਾਂ ਕਿਉਂਕਿ ਝੂਠੇ ਕਰਕੇ ਮਾਰਨੇ ਮੂਰਖ ਅੰਧ ਗਵਾਰ। ਪਰਸਰਾਮ ਤਾਂ ਸੁਨੇਹਾ ਦੇ ਕੇ ਚਲਾ ਗਿਆ। ਇੱਧਰ ਦਿੱਲੀ ਜਾਣ ਦੀ ਤਿਆਰੀ ਆਰੰਭ ਹੋ ਗਈ। ਇਹ ਵਾਰਤਾ 1663 ਦੀ ਹੈ। ਗੁਰੂ ਹਰਿਕ੍ਰਿਸ਼ਨ ਜੀ ਦਾ ਦਿੱਲੀ ਜਾਣਾ ਸੁਣ ਕੇ ਸੰਗਤਾਂ ਨੇ ਕਿਰਤਪੁਰ ਵਹੀਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਿਸੇ ਨੇ ਸੁਣਿਆ ਉਹ ਜਥਾ ਬਣਾ ਕੇ ਕਿਰਤਪੁਰ ਪੁੱਜ ਗਿਆ। ਇੱਕ ਸੰਗਤ ਪੁੱਜਦੀ ਤਾਂ ਆ ਕੇ ਕਹਿੰਦੀ ਕਿ ਮਹਾਰਾਜ ਜੀ ਪਿੱਛੇ ਹੋਰ ਸੰਗਤਾਂ ਆ ਰਹੀਆਂ ਹਨ ਅਤੇ ਬੇਨਤੀ ਕਰ ਭੇਜੀ ਹੈ ਕਿ ਦਰਸ਼ਨ ਦਿੱਤੇ ਬਗੈਰ ਦਿੱਲੀ ਨਾ ਜਾਣਾ। ਸੰਗਤਾਂ ਫਿਕਰਮੰਦ ਸਨ ਕਿ ਦਿੱਲੀ ਕੋਈ ਕਾਰਾ ਨਾ ਵਰਤ ਜਾਏ, ਸੋ ਗੁਰੂ ਜੀ ਦੇ ਨਾਲ ਹੀ ਜਾਣਾ ਚਾਹੀਦਾ ਹੈ। ਦਿੱਲੀ ਕੂਚ ਕਰਨ ਦੀ ਤਿਆਰੀ ਕਰਦੇ ਸਨ ਤਾਂ ਬੇਨਤੀ ਕਰਕੇ ਦੂਜੀ ਸੰਗਤ ਰੋਕ ਲੈਂਦੀ ਸੀ। ਗੁਰੂ ਭਗਤੀ ਦੇ ਨਜ਼ਾਰੇ ਵੇਖਣ ਵਾਲੇ ਸਨ। ਸ਼ਰਧਾ ਭਰੀਆਂ ਝਾਕੀਆਂ ਦੇ ਅਲੌਕਿਕ ਦ੍ਰਿਸ਼ ਸਨ। ਗੁਰੂ ਜੀ ਨੇ ਡਿੱਠਾ ਕਿ ਇਸ ਤਰ੍ਹਾਂ ਦਾ ਕਈ ਮਹੀਨੇ ਦਿੱਲੀ ਵੱਲ ਜਾਣ ਨਹੀਂ ਹੋਣਾ, ਸੋ ਜੋ ਕੋਈ ਆ ਪੁੱਜਾ ਉਸ ਨੂੰ ਨਾਲ ਹੀ ਲੈ ਜਾਣ ਦਾ ਇਸ਼ਾਰਾ ਕਰ ਦਿੱਤਾ। ਕਿਰਤਪੁਰ ਦੀ ਸੌਂਪਣੀ ਭਾਈ ਭਗਤਾ ਜੀ ਅਤੇ ਹੋਰ ਨਿਕਟ ਵਰਤੀ ਸਿੱਖਾਂ ਨੂੰ ਦਿੱਤੀ। ਆਪ ਜੀ ਨਾਲ ਭਾਈ ਗੁਰਬਖਸ਼ ਸਿੰਘ ਜੀ, ਭਾਈ ਮਣੀ ਸਿੰਘ, ਭਾਈ ਦਿਆਲਾ, ਪੰਜਾਬਾ ਮਸੰਦ, ਮੁਨਸ਼ੀ ਸੰਗਤੀਆ, ਭਾਈ ਦਰਗਾਹ ਮੱਲ, ਦੀਵਾਨ ਸਤੀ ਰਾਮ ਅਤੇ ਹੋਰ ਕਈ ਉੱਘੇ ਸਿੱਖ ਸਨ। ਚੜ੍ਹਤ ਵੀ ਦੇਖਣ ਨਾਲ ਹੀ ਸੰਬੰਧ ਰੱਖਦੀ ਸੀ। ਇੰਝ ਲੱਗਦਾ ਸੀ ਕਿ ਪਾਤਸ਼ਾਹ ਦਾ ਲਸ਼ਕਰ ਚੱਲ ਰਿਹਾ ਹੈ। ਤਰਤੀਬ ਕੁਝ ਅਜਿਹੀ ਰੱਖੀ ਗਈ, ਅੱਗੇ ਨਗਾਰਾ, ਪਿੱਛੇ ਝੰਡੇ, ਫਿਰ ਧਨਖਬੱਧ ਸ਼ਸਤਰਧਾਰੀ 2200 ਸਵਾਰ,
ਉਸ ਪਿੱਛੋਂ ਮਹਾਰਾਜ ਦੀ ਪਾਲਕੀ ਅਤੇ ਨਾਲ ਰਥ, ਜਿਸ ਵਿੱਚ ਮਾਤਾ ਜੀ ਅਤੇ ਪਿੱਛੇ ਸ਼ਬਦ ਕੀਰਤਨ ਕਰਦੇ ਜਥੇ ਅਤੇ ਹੋਰ ਘੋੜਸਵਾਰ ਬਸੰਤ ਵਾਲੇ ਦਿਨ ਕੂਚ ਕੀਤਾ। ਭਗਤ ਨਾਮਦੇਵ ਜੀ ਸਰੰਗ ਰਾਗ ਵਿੱਚ ਫਰਮਾਉਂਦੇ ਹਨ ਕਿ ਪ੍ਰਭੂ ਕਹਿੰਦਾ ਹੈ ਕਿ ਮੇਰੀ ਬੱਧੀ ਨੂੰ ਤਾਂ ਭਗਤ ਛੁਡਾ ਸਕਦਾ ਹੈ, ਪਰ ਜੇ ਕਿਸੇ ਮੌਕੇ ਤੇ ਮੈਨੂੰ ਭਗਤ ਫੜ ਕੇ ਬੰਨ੍ਹ ਲਵੇ ਤਾਂ ਮੇਰਾ ਵਸ ਨਹੀਂ ਚੱਲਦਾ। ਪਹਿਲਾ ਪੜਾਅ ਆਪ ਜੀ ਨੇ ਕੀਰਤਪੁਰ ਤੋਂ ਚੱਲ ਕੇ ਰੋਪੜ ਕੀਤਾ। ਅਗਲੇ ਦਿਨ ਅੱਗੇ ਤੁਰਨ ਲੱਗੇ ਤਾਂ ਇੱਕ ਸਿੱਖ ਜੋ ਦੌੜਦਾ ਆਇਆ ਸੀ ਨੇ ਬੇਨਤੀ ਕੀਤੀ ਕਿ ਲੰਮੇ ਦੇਸ਼ ਤੋਂ ਸੰਗਤਾਂ ਆ ਰਹੀਆਂ ਹਨ, ਆਪ ਜੀ ਦੀ ਦਰਸ਼ਨ ਲੋਚਾ ਹਿਤਾਈਆਂ ਹਨ, ਦਰਸ਼ਨ ਦਿੱਤੇ ਬਗੈਰ ਨਾ ਜਾਣਾ। ਸੰਗਤਾਂ ਵਿੱਚ ਬੁੱਢੇ, ਬੱਚੇ, ਇਸਤਰੀਆਂ ਹਨ ਅਤੇ ਬੇਨਤੀ ਕੀਤੀ ਨੇ ਕਿ ਸੰਗਤਾਂ ਥੱਕੀਆਂ ਹੋਈਆਂ ਹਨ ਅਤੇ ਸਵੇਰ ਤੱਕ ਪੁੱਜ ਜਾਣਗੀਆਂ। ਸੇਵਕ ਸਹਾਏ ਆਪ ਜੀ ਦਾ ਬਿਰਧ ਹੈ। ਭਾਵੇਂ ਕੂਚ ਦੇ ਨਗਾਰੇ ਹੋ ਚੁੱਕੇ ਸਨ, ਪਰ ਆਪ ਜੀ ਨੇ ਜਦ ਸੁਣਿਆ ਕਿ ਸੰਗਤ ਥੱਕ ਗਈ ਹੈ ਤਾਂ ਹੁਕਮ ਦਿੱਤਾ ਕਿ ਰਵਾਨਗੀ ਰੋਕ ਦਿੱਤੀ ਜਾਏ। ਦੀਵਾਨ ਸੱਜ ਗਏ। ਦੁਪਹਿਰ ਤੱਕ ਸੰਗਤਾਂ ਆ ਗਈਆਂ ਅਤੇ ਦਰਸ਼ਨ ਕਰਕੇ ਇਹ ਸੁਣ ਕੇ ਕਿ ਉਹਨਾਂ ਲਈ ਹੀ ਗੁਰੂ ਜੀ ਰੁਕੇ ਹਨ, ਗਦ-ਗਦ ਹੋਈਆਂ। ਕੁਰਾਲੀ, ਖਰੜ, ਬਨੂੜ ਪੜਾ ਕਰਦੇ ਪੰਜੋ ਖਰਾ ਪੁੱਜੇ। ਇੱਥੋਂ ਵੀ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਕਸ਼ਮੀਰ ਦੀ ਸੰਗਤ ਪਹਿਲਾਂ ਕੀਰਤਪੁਰ ਪੁੱਜੀ ਹੈ ਅਤੇ ਉੱਥੋਂ ਪੰਜੋ ਖਰਾ ਸਾਹਿਬ ਆ ਰਹੀ ਹੈ, ਕਿਰਪਾ ਕਰਕੇ ਅਜੇ ਰੁਕ ਜਾਣ। ਗੁਰੂ ਜੀ ਸੰਗਤ ਦੀ ਉਡੀਕ ਵਿੱਚ 2 ਦਿਨ ਰੁਕੇ ਰਹੇ। ਇਹ ਸਭ ਦਰਸਾਉਂਦਾ ਹੈ ਕਿ ਗੁਰੂ ਜੀ ਸੰਗਤ ਦਾ ਕਿਤਨਾ ਆਦਰ ਕਰਦੇ ਸਨ। ਕਸ਼ਮੀਰ ਦੀ ਸੰਗਤ ਨੇ ਦੱਸਿਆ ਕਿ ਮਸੰਦ ਕਿਤਨੀਆਂ ਕੋਝੀਆਂ ਚਾਲਾਂ ਚੱਲਦੇ ਰਹੇ, ਪਰ ਭਾਈ ਮਾਧੋ ਗੜੀਆ ਜੀ ਅਤੇ ਹੋਰ ਸਿੱਖਾਂ ਦੇ ਉਪਰਾਲੇ ਨਾਲ ਲੱਗਾ ਸਿੱਖੀ ਦਾ ਬੂਟਾ ਇਤਨਾ ਦ੍ਰਿੜ ਹੋ ਗਿਆ ਕਿ ਮਸੰਦ ਪਛਾੜ ਦਿੱਤੇ ਸਨ। ਗੁਰੂ ਜੀ ਨੇ ਧੰਨ ਸਿੱਖੀ ਆਖ ਕੇ ਸਿਰ ਪਾਉ ਦਿੱਤੇ। ਇਸੇ ਪੰਜੋ ਖਰਾ ਸਾਹਿਬ ਪੰਡਿਤ ਲਾਲ ਚੰਦ ਬ੍ਰਾਹਮਣ ਦਾ ਨਾਂ ਸਿਰਫ ਜਾਤ ਅਭਿਮਾਨ ਉਤਰਿਆ, ਸਗੋਂ ਵਿਦਿਆ ਹੰਕਾਰ ਵੀ। ਸ਼੍ਰੀ ਗੁਰੂ ਪੰਥ ਪ੍ਰਕਾਸ਼ ਨੇ ਲਿਖਿਆ ਹੈ ਕਿ ਉਸ ਪੰਡਿਤ ਨੂੰ ਝੂਠੀ ਅਖਰੀ ਵਿਦਿਆ ਦਾ ਹੰਕਾਰ ਸੀ ਅਤੇ ਹੋਸ਼ੀ ਮਤ ਵਾਲਾ ਸੀ। ਗੁਰੂ ਹਰਿਕ੍ਰਿਸ਼ਨ ਜੀ ਨੇ ਵੀ ਜਦ ਹੰਕਾਰ ਭਰੇ ਉਸ ਦੇ ਬੋਲ ਸੁਣੇ ਤਾਂ ਫਰਮਾਇਆ ਕਿ ਉਹ ਸ਼ਰਧਾਹੀਨ ਤਾਂ ਹੈ ਹੀ, ਪਰ ਨਾਲ ਹੀ ਉਸ ਦੀ ਬੁੱਧੀ ਨੂੰ ਹੰਕਾਰ ਰੂਪੀ ਮੋਤੀਆਂ ਬਿੰਦ ਹੋ ਗਿਆ ਹੈ, ਜੋ ਉਸ ਨੂੰ ਸਤਾ ਰਿਹਾ ਹੈ। ਆਪਣੇ ਆਪ ਨੂੰ ਵੱਡਾ ਸਮਝਣਾ ਹੀ ਅਕਲ ਦਾ ਅੰਨਾ ਹੋਣਾ ਹੈ। ਐਸੇ ਅੰਨੇ ਇਨਸਾਨ ਨੂੰ ਤਾਂ ਕਿਸੇ ਦੀ ਉਪਮਾ ਭਾਉਂਦੀ ਹੀ ਨਹੀਂ। ਉਹ ਪ੍ਰਭੂ ਦਾ ਰਾਹ ਭੁੱਲ ਜਾਂਦਾ ਹੈ। ਇਸ ਬ੍ਰਾਹਮਣ ਨੂੰ ਤਾਂ ਹੋਰ ਰੋਗ ਵੀ ਚਿਮੜਿਆ ਹੋਇਆ ਹੈ। ਉਹ ਹੈ ਜਾਤ ਮਤ ਦਾ। ਇੱਕ ਵਿਦਿਆ ਮਤ ਅਤੇ ਦੂਜੇ ਜਾਤ ਅਹੰਕਾਰ ਨੇ ਉਸ ਨੂੰ ਮੁਕੰਮਲ ਤੌਰ ਤੇ ਅੰਨਾ ਹੀ ਕਰ ਦਿੱਤਾ ਹੈ। ਵਿਪਰ ਜਾਤ ਔਰ ਵਿਦਿਆ ਮਤ ਸਾਖੀ ਇਸ ਤਰ੍ਹਾਂ ਵਰਤੀ ਕਿ ਮਹਾਰਾਜ ਦਾ ਦਰਬਾਰ ਲੱਗਾ ਅਤੇ ਦੀਵਾਨ ਸਜਿਆ ਦੇਖ ਉਹ ਇੱਕ ਸਿੱਖ ਕੋਲੋਂ ਪੁੱਛ ਬੈਠਾ ਕਿ ਕੌਣ ਮਹਾਰਾਜ ਆਏ ਹਨ। ਸਿੱਖ ਨੇ ਦੱਸਿਆ ਕਿ ਦੀਨ ਦੁਖੀਆਂ ਦੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਜੀ ਪਧਾਰੇ ਹਨ। ਨਾ ਸੁਣਦੇ ਸਾਰ ਅਹੰਕਾਰੀ ਕਹਿਣ ਲੱਗਾ, ਨਾਮ ਧਰਾਵਣ ਅਹਿ ਸੁਖੈਨ, ਤਿਨਕੇ ਗੁਣ ਸੁਭ ਕਿਸ ਮਹਿ ਹੈਨ। ਭਾਵ ਨਾ ਤਾਂ ਧਰਾ ਲੈਣਾ ਆਸਾਨ ਹੈ, ਪਰ ਕ੍ਰਿਸ਼ਨ ਵਰਗੇ ਗੁਣ ਕਿੱਥੇ। ਗੀਤਾ ਉਚਾਰਨੀ ਤਾਂ ਇੱਕ ਪਾਸੇ, ਅਰਥ ਹੀ ਦਰਸਾ ਦੇਣ। ਸਿੱਖ ਨੇ ਇੰਨ ਬਿੰਨ ਗੱਲ ਗੁਰੂ ਜੀ ਨੂੰ ਆਖ ਸੁਣਾਈ। ਮਹਾਰਾਜ ਜਾਣ ਗਏ ਕਿ ਬ੍ਰਾਹਮਣ ਅੰਨਾ ਹੋ ਕੇ ਠੇਡੇ ਖਾ ਰਿਹਾ ਹੈ। ਬ੍ਰਾਹਮਣ ਨੂੰ ਜਦ ਸਿੱਖ ਨਾਲ ਲੈ ਕੇ ਆਏ ਤਾਂ ਗੁਰੂ ਜੀ ਨੇ ਕਿਹਾ, ਭਲੇ ਲੋਕ, ਤੂੰ ਕੀ ਪੁੱਛਣਾ ਚਾਹੁੰਦਾ ਹੈ? ਗੱਲ ਬੇਸ਼ੱਕ ਬਿਨਾਂ ਝਿਜਕ ਕਰ। ਉਸ ਦੇ ਕਾਹਲੀ ਕਾਹਲੀ ਬੋਲਣ ਤੋਂ ਗੁਰੂ ਜੀ ਜਾਣ ਗਏ ਕਿ ਇਹ ਝਗੜਾਲੂ ਬ੍ਰਾਹਮਣ ਬਾਦੀ ਵਿਪਰ ਹੈ। ਇਸ ਨੂੰ ਜੇ ਉੱਤਰ ਵੀ ਦੇ ਦਿੱਤਾ ਜਾਏ ਤਾਂ ਤਸੱਲੀ ਨਹੀਂ ਹੋਣ ਲੱਗੀ, ਹੰਕਾਰ ਨਹੀਂ ਟੁੱਟੇਗਾ। ਹੁਕਮ ਕੀਤਾ, ਜੋ ਤੇਰੀ ਨਜ਼ਰ ਵਿੱਚ ਨਗਰ ਅੰਦਰ ਸਭ ਤੋਂ ਮੂਰਖ ਹੈ, ਸੱਦ ਲਿਆ, ਤੇਰੀਆਂ ਪੁੱਛਾਂ ਦਾ ਉੱਤਰ ਉਹ ਹੀ ਦੇਵੇਗਾ। ਰਸ ਭਿੰਨੇ ਬਚਨ ਸੁਣਦੇ ਹੀ ਉਸ ਦਾ ਹੰਕਾਰ ਥੱਲੇ ਹੋਇਆ। ਨਗਰ ਤੋਂ ਇੱਕ ਚੀਵਰ ਜੋ ਘਰਾਂ ਦਾ ਪਾਣੀ ਭਰਦਾ ਢੋਂਦਾ ਸੀ ਅਤੇ ਬੋਲ ਵੀ ਨਹੀਂ ਸੀ ਸਕਦਾ, ਉਸ ਨੂੰ ਪਕੜ ਲਿਆਇਆ। ਸਿੱਖ ਇਤਿਹਾਸ ਨੇ ਉਸ ਦਾ ਨਾਂ ਛੱਜੂ ਕਰਕੇ ਲਿਖਿਆ ਹੈ। ਗੁਰੂ ਜੀ ਨੇ ਛੱਜੂ ਜੀ ਵੱਲ ਅੰਮ੍ਰਿਤ ਦ੍ਰਿਸ਼ਟੀ ਕੀਤੀ ਅਤੇ ਉਹ ਤੱਤ ਗਿਆਨ ਦਾ ਗਿਆਤਾ ਹੋ ਗਿਆ। ਪੰਡਿਤ ਤਾਂ ਔਖੇ ਸਵਾਲ ਢੂੰਡ ਰਿਹਾ ਸੀ ਅਤੇ ਆਪਣੇ ਵਿੱਚ ਮਸਤ ਸੀ। ਮਹਾਰਾਜ ਨੇ ਛੱਜੂ ਨੂੰ ਕਿਹਾ, ਪੰਡਿਤ ਦੇ ਸਵਾਲਾਂ ਦਾ ਉੱਤਰ ਦੇਵੋ ਅਤੇ ਇਸ ਦੇ ਟੇਢੇ ਮਨ ਨੂੰ ਸਿੱਧਾ ਕਰ ਦਿਓ। ਛੱਜੂ ਨੇ ਮੁਸਕਰਾ ਕੇ ਪੰਡਿਤ ਨੂੰ ਕਿਹਾ, ਹੇ ਬ੍ਰਾਹਮਣ, ਤੂੰ ਹੀ ਪਹਿਲਾਂ ਦੱਸ ਕਿ ਕਿਸ ਸ਼ਾਸਤਰ ਵਿੱਚ ਪ੍ਰਵਿਰਤੀ ਹੈ। ਕਸਮਿਨ ਸ਼ਾਸਤਰ ਪ੍ਰਵਿਰਤ ਦੀਚੇ। ਬ੍ਰਾਹਮਣ ਨੇ 10 ਸੰਦੇਹ ਦੱਸੇ ਅਤੇ ਛਿੱਜੂ ਜੀ ਨੇ 20 ਉੱਤਰ ਦੇ ਕੇ ਉਸ ਦੀ ਨਿਸ਼ਾ ਕਰ ਦਿੱਤੀ। ਸਭ ਅਚਰਜ ਹੋ ਕੇ ਕੌਤਕ ਦੇਖ ਰਹੇ ਸਨ। ਚੀਵਰ ਕੋਲੋਂ ਗੀਤਾ ਦੇ ਚਮਤਕਾਰੀ ਅਰਥ ਸੁਣਦੇ ਹੀ ਝਰਨੀ ਢਹਿ ਪਿਆ ਅਤੇ ਆਪਣਾ ਜੰਝੂ ਵੀ ਵਿਤਕਰੇ ਦੀ ਨਿਸ਼ਾਨੀ ਹੈ ਤੋੜ ਕੇ ਗੁਰੂ ਦੇ ਚਰਨਾਂ ਤੇ ਰੱਖ ਦਿੱਤਾ ਅਤੇ ਚਰਨ ਪਕੜ ਕੇ ਕਿਹਾ, ਮੈਂ ਹੁਣ ਆਪ ਜੀ ਦਾ ਨਚੀਜ ਸਿੱਖ ਹਾਂ। ਮੈਨੂੰ ਜੋ ਹੰਕਾਰ ਸੀ ਉਹ ਦਰਸ਼ਨਾਂ ਦੁਆਰਾ ਮੁੱਕਾ ਹੈ। ਇਹ ਵਰਤਾਰੇ ਦੀ ਨਿਸ਼ਾਨੀ ਜੰਝੂ ਵੀ ਉਤਾਰ ਸੁੱਟ ਰਿਹਾ ਹਾਂ।
ਕੇਵਲ ਤੁਹਾਡਾ ਹੀ ਆਸਰਾ ਚਾਹੁੰਦਾ ਹਾਂ। ਗੁਰੂ ਜੀ ਨੇ ਜੰਝੂ ਨੂੰ ਵਾਪਸ ਵੀ ਕਰਨਾ ਚਾਹਿਆ, ਪਰ ਉਹ ਇਹ ਹੀ ਕਹੇ, ਗਹੀ ਮੈਂ ਸ਼ਰਨ ਤੁਹਾਰੀ। ਬ੍ਰਾਹਮਣ ਜਾਣਦਾ ਸੀ ਕਿ ਇਹ ਜੰਝੂ ਵਿਤਕਰੇ ਦਾ ਚਿੰਨ੍ਹ ਹੈ, ਇਸ ਲਈ ਇੱਕ ਵਾਰੀ ਉਤਾਰ ਕੇ ਸਵੀਕਾਰ ਨਹੀਂ ਸੀ ਕਰ ਰਿਹਾ। ਹੰਕਾਰ ਟੁੱਟਾ ਅਤੇ ਸਿੱਖ ਸਜਿਆ। ਭਇਓ ਸਿੱਖ ਨਿਜ ਮਦ ਪਰੇ ਹਰਿਓ। ਮਹਾਰਾਜ ਨੇ ਵੀ ਕਿਹਾ, ਮੇਰੇ ਨਹੀਂ ਇਸ ਚੀਵਰ ਦੇ ਚਰਨਾਂ ਤੇ ਸਿਰ ਰੱਖ, ਤੇਰੀ ਕਲਿਆਣ ਹੋਵੇਗੀ। ਪੰਡਤ ਨੇ ਛੱਜੂ ਜੀ ਦੇ ਚਰਨਾਂ ਤੇ ਸੀਸ ਨਿਵਾ ਮੱਥਾ ਟੇਕਿਆ। ਗੁਰੂ ਅਮਰਦਾਸ ਜੀ ਨੇ ਵੀ ਪੰਡਤ ਬੇਣੀ ਦਾ ਵਿਦਿਆ ਹੰਕਾਰ ਤੋੜਨ ਲਈ ਭਾਈ ਮਾਣਕ ਦੀ ਚਰਨੀ ਲਾਇਆ ਸੀ। ਸੂਰਜ ਪ੍ਰਕਾਸ਼ ਨੇ ਇੱਕ ਹੋਰ ਗੱਲ ਲਿਖੀ ਹੈ ਕਿ ਬ੍ਰਾਹਮਣ ਨੂੰ ਹੁਣ ਪਰਮਾਰਥ ਦਾ ਰਾਹ ਸਾਰਾ ਨਜ਼ਰੀ ਆਉਣ ਲੱਗਾ। ਗੁਰੂ ਜੀ ਇਹ ਦਰਸਾ ਦਿੱਤਾ ਕਿ ਸਾਡੇ ਘਰ ਦਾਰਸ਼ਨਿਕ ਬਰੀਕੀ ਨਹੀਂ ਹੈ, ਤਰਕ ਦੀ ਸਿਆਣਪ ਵੀ ਨਹੀਂ, ਦਲੀਲਬਾਜ਼ੀ ਦੀ ਚਤੁਰਾਈ ਨੂੰ ਵੀ ਵਰਜਿਆ ਹੈ। ਵਿਧੀ ਮਰਿਆਦਾ ਦਾ ਅਡੰਬਰ ਨਹੀਂ, ਰਸਮ ਪ੍ਰਸਤੀ ਅਤੇ ਹੋਰ ਦਾਓ ਪੇਚ ਨਹੀਂ ਹਨ। ਇੱਥੇ ਤਾਂ ਉੱਤਮ ਫਲ ਹੈ ਨਾਮ ਪ੍ਰਾਪਤੀ, ਅਤੇ ਨਾਮ ਪ੍ਰਾਪਤੀ ਵਾਲੇ ਦਾ ਜੀਵਨ ਗਹਿਰ, ਗੰਭੀਰ ਅਤੇ ਰੱਜਿਆ ਪੁੱਜਿਆ ਹੁੰਦਾ ਹੈ। ਯਾਦ ਰਹੇ ਕਿ ਬ੍ਰਾਹਮਣ ਦਾ ਜੰਝੂ ਤੀਰੇ ਧਾਗੇ ਦਾ ਹੁੰਦਾ ਹੈ, ਖੱਤਰੀ ਦਾ ਦੂਰਾ ਅਤੇ ਵੈਸ਼ ਦਾ ਇਕਹਿਰਾ, ਅਤੇ ਸ਼ੂਦਰ ਪਹਿਨ ਹੀ ਨਹੀਂ ਸਕਦਾ। ਬ੍ਰਾਹਮਣ ਬਸੰਤ ਰੁੱਤੇ ਪਾਉਂਦਾ ਹੈ, ਖੱਤਰੀ ਗਰਮੀ ਅਤੇ ਵੈਸ਼ ਪਤਝੜ ਨੂੰ। ਸਾਡੇ ਇਤਿਹਾਸ ਨੇ ਵੀ ਇਹ ਹੀ ਲਿਖਿਆ ਹੈ ਕਿ ਇਸੇ ਲਾਲ ਚੰਦ ਨੇ ਕਲਗੀ ਵਾਲੇ ਦੇ ਹੱਥੋਂ ਅੰਮ੍ਰਿਤ ਛਕਿਆ ਅਤੇ ਚਮਕੌਰ ਦੀ ਗੜੀ ਸਨਮੁਖ ਸ਼ਹੀਦ ਹੋਏ। ਉਸ ਚੀਵਰ ਨੂੰ ਗੁਰੂ ਜੀ ਨੇ ਅੱਛੇ ਬਸਤਰ ਪਵਾਏ, ਬਖਸ਼ਿਸ਼ਾਂ ਕੀਤੀਆਂ ਅਤੇ ਪ੍ਰਚਾਰ ਲਈ ਜਗਨਨਾਥਪੁਰੀ ਵੱਲ ਭੇਜਿਆ। ਸ਼੍ਰੀ ਗੁਰਦੁਆਰਾ ਦਰਸ਼ਨ ਵਿੱਚ ਗਿਆਨੀ ਠਾਕੁਰ ਸਿੰਘ ਜੀ ਨੇ ਇੱਕ ਹੋਰ ਰੋਚਕ ਬਾਤ ਵੀ ਲਿਖੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸੇ ਚੀਵਰ ਦੀ ਵੰਸ਼ ਵਿੱਚੋਂ ਪ੍ਰਸਿੱਧ ਗੁਰੂ ਕੇ 5 ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਸਾਹਿਬ ਜੀ ਪਿਆਰੇ ਹੋਏ ਹਨ। ਇਹ ਸਾਖੀ ਜਿੱਥੇ ਗੁਰੂ ਦੀ ਅਜ਼ਮਤ, ਜੋਤ ਦੀ ਵਡਿਆਈ ਅਤੇ ਅੰਮ੍ਰਿਤ ਦ੍ਰਿਸ਼ਟੀ ਦਾ ਚਮਤਕਾਰ ਦਰਸਾ ਰਹੀ ਹੈ, ਉੱਥੇ ਇਹ ਵੀ ਪ੍ਰਗਟ ਕਰ ਰਹੀ ਹੈ ਕਿ ਗੁਰੂ ਜੀ ਦੀ ਮਿਹਰ ਹੋਇਆਂ ਜਿੱਥੇ ਜਨਮ ਦਾ ਹੰਕਾਰ ਟੁੱਟਦਾ ਹੈ, ਉੱਥੇ ਜਿਸ ਤੇ ਦ੍ਰਿਸ਼ਟੀ ਪੈ ਜਾਏ ਉਸ ਘਰ ਹਿੰਮਤ ਜਨਮ ਲੈਂਦੀ ਹੈ। ਬਾਬਾ ਹਿੰਮਤ ਸਿੰਘ ਦੇ ਭਰਾਵਾਂ ਨਿਆਮਤ ਰਾਏ ਅਤੇ ਮੋਹਕਮ ਰਾਏ ਜੀ ਨੇ ਪੰਜਾਬ ਆ ਕੇ ਅੰਮ੍ਰਿਤਪਾਨ ਕਰ ਲਿਆ ਸੀ। ਨਿਆਮਤ ਰਾਏ ਜੀ ਦੇ 7 ਪੁੱਤਰ ਹੋਏ। ਉਹਨਾਂ ਦੀ ਸੰਤਾਨ ਸਤਕੁੰਡਾ ਪਿੰਡ, ਜ਼ਿਲ੍ਹਾ ਕਟਕ ਵਿਖੇ ਹੈ। ਇਹ ਥਾਂ ਜਗਨਨਾਥਪੁਰੀ ਤੋਂ 60 ਕੁ ਮੀਲ ਦੀ ਦੂਰੀ ਤੇ ਹੈ। ਗੁਰੂ ਜੀ ਇਹ ਅਨੁਭਵ ਕਰ ਰਹੇ ਸਨ ਕਿ ਇਤਨੀ ਵੱਡੀ ਭੀੜ ਅਤੇ ਹੋਰ ਵਹੀਰਾਂ ਜੋ ਟੁਰੀਆਂ ਆ ਰਹੀਆਂ ਸਨ, ਨੂੰ ਨਾਲ ਲੈ ਕੇ ਟੁਰਨਾ ਕੋਈ ਸਹਿਲਾ ਨਹੀਂ ਹੈ। ਇੱਕ ਤਾਂ ਪੜਾਅ ਕਰਦੇ ਅਤੇ ਸੇਵਾ ਸੰਭਾਲ ਕਰਦੇ ਟੁਰਦੇ ਸਮੇਂ ਲੱਗਦੇ ਸਨ, ਅਤੇ ਦੂਜੇ ਸੰਗਤਾਂ ਨੂੰ ਖੇਚਲਾਂ ਹੁੰਦੀਆਂ ਸਨ। ਦਿੱਲੀ ਪੁੱਜਦਿਆਂ ਕਈ ਮਹੀਨੇ ਲੱਗ ਜਾਣਗੇ। ਇੱਥੋਂ ਤੱਕ ਦਾ 50 ਕੋਹ ਪੈਂਡਾ ਤੈਅ ਕਰਦਿਆਂ 19 ਦਿਨ ਤੋਂ ਵੀ ਵੱਧ ਲੱਗ ਗਏ ਸਨ। ਆਪ ਜੀ ਨੇ ਹੁਕਮ ਸੁਣਾਇਆ ਕਿ ਪਾਸ ਦਿਸਦੇ ਉੱਚੇ ਟਿੱਲੇ ਤੋਂ ਅੱਗੇ ਸੰਗਤਾਂ ਨਾ ਹੋਣ। ਝੰਡਾ ਵੀ ਝੁਲਾ ਦਿੱਤਾ ਤਾਂ ਕਿ ਦੂਰੋਂ ਆਇਆਂ ਨੂੰ ਵੀ ਦਿਸਦਾ ਰਹੇ। ਕਿਰਤਪੁਰ ਦੀਆਂ ਸੰਗਤਾਂ ਵਾਪਸ ਕਿਰਤਪੁਰ ਹੀ ਚਲੀਆਂ ਗਈਆਂ ਅਤੇ ਹੋਰਨਾਂ ਨੂੰ ਆਪਣੇ ਦੇਸ਼ ਮੁੜਨ ਲਈ ਆਗਿਆ ਕੀਤੀ। ਸੰਗਤਾਂ ਮੁੜ ਮੁੜ ਕੇ ਦੇਖਦੀਆਂ ਸਨ, ਪਰ ਹੁਕਮ ਅੱਗੇ ਸਿਰ ਨਿਵਾ ਵਾਪਸ ਹੋ ਗਈਆਂ। ਗੁਰੂ ਜੀ ਨੇ ਆਪਣੇ ਨਾਲ ਕੇਵਲ ਸਵਾਰ ਅਤੇ ਕੁਝ ਗੁਰਸਿੱਖ ਹੀ ਰੱਖੇ। ਕੁਝ ਸਿੱਖਾਂ ਨੂੰ ਪੰਜੋ ਖਰੇ ਹੀ ਛੱਡ ਦਿੱਤਾ ਤਾਂ ਕਿ ਪਿੱਛੋਂ ਆਉਣ ਵਾਲੀਆਂ ਸੰਗਤਾਂ ਨੂੰ ਹੁਕਮ ਸੁਣਾ ਦਿੱਤੇ ਜਾਣ। ਪੰਜੋ ਖਰਾ ਤੋਂ ਅੰਬਾਲਾ ਸ਼ਹਿਰ ਹੁੰਦੇ ਹੋਏ ਲਖਨੌਰ ਤੇ ਨਿਸੰਬਲੀ ਪੁੱਜੇ। ਉੱਥੋਂ ਮੋੜੇ ਪੜਾਅ ਕੀਤਾ ਅਤੇ ਅਗਲੀ ਰਾਤ ਸ਼ਾਹਬਾਦ ਕੱਟੀ। ਸ਼ਾਹਬਾਦ ਤੋਂ ਰਤਨ ਜੱਖ ਜਾਂ ਬਹਿਰ ਜੱਖ, ਪਿਪਲੀ ਅਤੇ ਗੁਰੂ ਕੁਰਸ਼ੇਤਰ ਪੁੱਜੇ। ਆਪ ਜੀ ਨੇ ਆਪਣਾ ਟਿਕਾਣਾ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਨਾਲ ਪਾਵਨ ਕੀਤੇ ਸਥਾਨ ਤੇ ਹੀ ਕੀਤਾ। ਇੱਥੇ ਲਾਡਵਾਂ ਦੀ ਸੰਗਤ ਭਾਈ ਊਦਾ ਅਤੇ ਭਾਈ ਆਡਾ ਜੀ ਦੀ ਅਗਵਾਈ ਹੇਠਾਂ ਦਰਸ਼ਨਾਂ ਨੂੰ ਆਈ। ਭਾਈ ਆਡਾ ਜੀ ਨੇ ਚਰਨਾਂ ਵਿੱਚ ਰਹਿਣ ਦੀ ਬੇਨਤੀ ਕੀਤੀ। ਸਿਦਕ ਤੇ ਸਿੱਖੀ ਦੀ ਮੂਰਤ ਸਨ ਭਾਈ ਆਡਾ ਜੀ। ਇਹ ਭਾਈ ਆਡਾ ਜੀ ਹੀ ਸਨ ਜਿਨ੍ਹਾਂ ਊਦਾ ਜੀ ਤੇ ਭਾਈ ਜੈਤਾ ਜੀ ਨਾਲ ਭਾਈ ਨਨੂੰਆਂ ਦੇ ਘਰ ਵਿਉਂਤ ਬਣਾਈ ਸੀ ਕਿ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸੀਸ ਨੂੰ ਅਨੰਦਪੁਰ ਸਾਹਿਬ ਪਹੁੰਚਾਉਣਾ ਹੈ। 5 ਪੜਾਅ ਕਰ ਲਏ। 5ਵੇਂ ਦਿਨ ਸੀਸ ਅਨੰਦਪੁਰ ਸਾਹਿਬ ਪਹੁੰਚਾਇਆ ਸੀ। ਫੇਰ ਉੱਥੋਂ ਬਿਧ ਕਿੰਨਿਆਂ ਦੇ ਨਗਰ ਟਿਕੇ। ਫਿਰ ਸਨੇਹਤ ਗਏ। ਤਾਲ ਪਾਸ ਹੀ ਗੁਰੂ ਹਰਗੋਬਿੰਦ ਜੀ ਦੇ ਅਸਥਾਨ ਟਿਕੇ। ਮਹੱਲਾ ਖਾਕਰੋਬਾਂ ਦੇ ਪੱਛਮ ਵੱਲ ਜਿੱਥੇ ਗੁਰੂ ਅਮਰਦਾਸ ਜੀ ਅਤੇ ਫਿਰ ਗੁਰੂ ਹਰ ਰਾਏ ਜੀ ਬਿਰਾਜੇ ਸਨ, ਉੱਥੇ ਸੰਗਤਾਂ ਸਮੇਤ ਆਏ। ਅਗਲੀ ਰਾਤ ਬੜਥਲ ਦੇ ਪਿੰਡ ਕੱਟੀ। ਫਿਰ ਪਰਾਸਰ ਤੀਰਥ ਹੁੰਦੇ ਹੋਏ ਸਿਆਮਣ ਆਏ ਅਤੇ ਕਰਨਾਲ ਵਿਸ਼ਰਾਮ ਕੀਤਾ। ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੇ ਸ਼ਬਦਾਂ ਵਿੱਚ ਸਿਆਮਣ ਉਤਰ ਗਏ ਕਰਨਾਲੇ, ਥਿਰੇ ਜਹਾਂ ਅਬ ਜਗ੍ਹਾ ਬਿਸਾਲੇ।
ਜਿੱਥੇ ਆਪ ਜੀ ਟਿਕੇ ਸਨ ਉੱਥੇ ਪੰਥ ਪ੍ਰਕਾਸ਼ ਦੇ ਕਹਿਣ ਅਨੁਸਾਰ ਪਾਵਨ ਥਾਂ ਬਣਿਆ ਹੋਇਆ ਹੈ। ਉਹ ਥਾਂ ਗੁਰਦੁਆਰਾ ਮੰਜੀ ਸਾਹਿਬ ਹੀ ਹੋ ਸਕਦਾ ਹੈ, ਕਿਉਂਕਿ ਇੱਥੇ ਪਹਿਲਾਂ ਚਰਨ ਗੁਰੂ ਨਾਨਕ ਦੇਵ ਜੀ ਨੇ ਪਾਏ ਸਨ। ਗੌਰ ਨਾਲ ਦੇਖਿਆ ਇਹ ਪਤਾ ਲੱਗ ਜਾਏਗਾ ਕਿ ਗੁਰੂ ਜੀ ਉਹਨਾਂ ਥਾਵਾਂ ਤੇ ਟਿਕਦੇ ਸਨ ਜਿੱਥੇ ਪਹਿਲਾਂ ਧਰਮ ਸਥਾਨ ਸਨ। ਗਰੀਬਾਂ ਦੀਆਂ ਬਸਤੀਆਂ, ਕਿਰਤੀਆਂ ਦੇ ਮਹੱਲੇ ਅਤੇ ਦੁਖੀਆਂ ਦੀਆਂ ਥਾਵਾਂ ਸਨ। ਉੱਥੋਂ ਪਾਣੀਪਤ ਸੋਨੀਪਤ ਹੁੰਦੇ ਹੋਏ ਦਿੱਲੀ ਪੁੱਜੇ। ਮਹਿਮਾ ਪ੍ਰਕਾਸ਼ ਅਨੁਸਾਰ ਸਾਰੇ ਰਾਹ ਕੀਰਤਨ ਹੁੰਦੇ ਰਹੇ। ਭਾਵੇਂ ਮਹਾਰਾਜ ਹੌੜਦੇ ਸਨ, ਪਰ ਸੰਗਤਾਂ ਨਾਲ ਹੋ ਰਲਦੀਆਂ ਰਹੀਆਂ। ਬੜਾ ਆਨੰਦ ਬੱਝਿਆ ਰਿਹਾ। ਦਰਸ਼ਨ ਦੇ ਕੇ ਸਭ ਦੀਆਂ ਆਸਾਂ ਪੂਰੀਆਂ ਕਰਦੇ ਰਹੇ। ਦਿੱਲੀ ਤੱਕ ਫਿਰ ਸੰਗਤਾਂ ਦੀ ਅਥਾਹ ਵਹੀਰ ਹੋ ਗਈ ਸੀ। ਜੈ ਸਿੰਘ ਨੂੰ ਪਲ ਪਲ ਦੀ ਖਬਰ ਪੁੱਜ ਰਹੀ ਸੀ ਕਿ ਗੁਰੂ ਜੀ ਕਿੱਥੇ ਪੜਾਅ ਕਰ ਰਹੇ ਹਨ। ਦਿੱਲੀ ਲਾਗੇ ਆਉਣਾ ਸੁਣ ਉਹ ਆਪੂ ਅੱਗੋਂ ਲੈਣ ਆਇਆ। ਔਰੰਗਜ਼ੇਬ ਨੇ ਕਿਹਾ ਸੀ, ਤੁਮ ਜਾਓ ਆਗੇ ਲੈਣ, ਕਰ ਅਦਬ ਮੀਠੇ ਬੈਣ। ਮਹਾਰਾਜ ਦੀ ਸਵਾਰੀ ਉਸੇ ਤਰ੍ਹਾਂ ਅੱਗੇ ਨਗਾਰੇ ਵੱਜਦੇ, ਨਕੀਬ ਦੀ ਆਵਾਜ਼ ਅਤੇ ਸਵਾਰਾਂ ਨਾਲ ਦਿੱਲੀ ਦਾਖਲ ਹੋਏ। ਜੈ ਸਿੰਘ ਨੇ ਵੀ ਐਸਾ ਸਵਾਗਤ ਕੀਤਾ ਕਿ ਸਾਰੇ ਅਚਰਜ ਹੋ ਰਹੇ। ਸਭ ਗੁਰੂ ਜੋਤ ਦੀ ਵਡਿਆਈ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਹਨਾਂ ਦੀ ਸ਼ਕਤੀ ਗੁਰੂ ਨਾਨਕ ਸਮ ਹੈ। ਮਹਾਰਾਜ ਨੇ ਵੀ ਜੈ ਸਿੰਘ ਦੀ ਕੁਸ਼ਲਤਾ ਪੁੱਛੀ। ਟਿਕਾਣਾ ਉਸ ਆਪਣੇ ਬੰਗਲੇ ਕਰਵਾਇਆ। ਮਹਾਰਾਜ ਨੇ ਸਾਫ਼ ਆਖ ਦਿੱਤਾ ਕਿ ਸ਼ਾਹ ਪਾਸ ਜਾਣ ਜਾਂ ਉਸ ਨੂੰ ਬੰਗਲੇ ਲਿਆਉਣ ਦੀ ਗੱਲ ਨਾ ਕਰਨੀ। ਉਹ ਪ੍ਰੇਮ ਬੱਧੇ ਤੇ ਦਿੱਲੀ ਦੇ ਸਿੱਖਾਂ ਦੇ ਪਿਆਰ ਘਰ ਆਏ ਹਨ। ਇਤਨੀ ਦ੍ਰਿੜਤਾ ਅਤੇ ਸਪਸ਼ਟਤਾ ਦੇਖ ਉਸ ਸਾਰਿਆਂ ਨੂੰ ਕਿਹਾ, ਰਾਮ ਰਾਏ ਤਾਂ ਇੱਕ ਛੱਪੜ ਨਿਆਈ ਹੈ, ਗੁਰੂ ਸਮੁੰਦਰ ਵੱਤ ਹਨ। ਇਹ ਤਾਂ ਧਰਤੀ ਵਾਂਗ ਧੀਰਜਵਾਨ ਹਨ, ਗਹਿਰ ਗੰਭੀਰ ਹਨ ਅਤੇ ਬੋਲਾਂ ਵਿੱਚ ਅਥਾਹ ਸ਼ਕਤੀ ਹੈ। ਮਹਾਰਾਜ ਦੇ ਮੁਖੜੇ ਦਾ ਅਜਿੱਤ ਪ੍ਰਕਾਸ਼ ਸੂਰਜ ਵਾਂਗ ਚਮਕ ਰਿਹਾ ਸੀ ਅਤੇ ਦੇਖਣ ਵਾਲਾ ਝਾਲ ਨਹੀਂ ਸੀ ਝੱਲ ਸਕਦਾ। ਨੂਰ ਸੂਰ ਸਮ ਦਿਪਤ ਅਜੇਸੋ। ਅੱਜ ਅਸੀਂ ਅਸ਼ਟਮ ਬਲਬੀਰਾ ਜੀਵਨੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਕਿਤਾਬ ਦੇ 105 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।